ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆਂ, ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਆਂ, ਕੀ ਵਜ੍ਹਾ ਦੇਖਦੇ ਆਂ ਕਿ ਔਰਤਾਂ ਵੱਲੋਂ ਬਹੁਤ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਲਹਿਰ ਦੇ ਵਿੱਚ। ਜੀ ਅਸੀਂ ਇਹ ਦੇਖਦੇ ਹੈਗੇ ਕਿ ਜਿਹੜੇ ਇਹ ਤਿੰਨ ਖੇਤੀ ਕਾਨੂੰਨ ਬਿੱਲ ਆਏ ਨੇ, ਇਹਨਾਂ ਦਾ ਲਾਗੂ ਹੋਣ ਨਾਲ ਸਾਡੇ ਔਰਤਾਂ ਤੇ ਬਹੁਤ ਵੱਡਾ ਅਸਰ ਪੈਣਾ ਹੈ ਜੀ। ਇਹ ਜਿਹੜੀ ਅਸੀਂ ਤਬਦੀਲੀ ਦੇਖ ਰਹੇ ਹਾਂ, ਕੀ ਲੱਗਦਾ ਹੈ ਕਿ ਔਰਤਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮਰਦਾਂ ਦੇ ਨਾਲ ਬਰਾਬਰ ਜਾ ਕੇ ਅੰਦੋਲਨ 'ਚ ਲਹਿਰ 'ਚ ਖੜੀਆਂ ਹੋਵਾਂਗੀਆਂ ਤਾਂ ਹੀ ਸਾਡੇ ਪਰਿਵਾਰ ਬਚ ਸਕਦੇ, ਤਾਂ ਹੀ ਕਿਸਾਨੀ ਬਚ ਸਕਦੀ ਹੈ। ਬਹੁਤ ਵੱਡੀ ਤਬਦੀਲੀ ਹੈ। ਇਹ ਤਬਦੀਲੀ ਦਾ ਅਹਿਸਾਸ ਕਿਵੇਂ ਦੇਖ ਰਹੇ ਹੋ? ਤੇ ਔਰਤਾਂ ਨੇ ਇਸ ਗੱਲ ਨੂੰ ਸਮਝਿਆ ਕਿ ਜੇ ਸਾਡੇ ਕੋਲੋਂ ਜ਼ਮੀਨ ਖੁੱਸਣੀ ਹੈ, ਸਾਡੇ ਕੋਲ ਜ਼ਮੀਨ ਨਹੀਂ ਰਹਿਣੀ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਹੈ। ਉਹਨਾਂ ਨੇ ਇਸ ਨੁਕਸਾਨ ਨੂੰ ਸਮਝਦੇ ਹੋਏ ਸਾਰੀਆਂ ਰੋਕਾਂ ਤੋੜ ਕੇ ਸੰਘਰਸ਼ ਦੇ ਵਿੱਚ ਆਈਆਂ ਨੇ ਜੀ, ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਹੈ ਜੀ। ਅੱਜ ਜੇ ਮੈਂ ਗੱਲ ਕਰਾਂ, ਉੱਥੇ 90 ਸਾਲ ਦੀ ਮਾਤਾ ਵੀ ਬੈਠੀ ਹੈ ਤੇ 8 ਸਾਲ ਦੀ ਸਾਡੀ ਇੱਕ ਛੋਟੀ ਜਿਹੀ ਬੱਚੀ ਵੀ ਉਸ ਦਿੱਲੀ ਦੇ ਬਾਰਡਰ ਤੇ ਬੈਠੀ ਹੈ ਇਸ ਉਹ ਮਾਗ ਦੀਆਂ ਠੰਡੀਆਂ ਰਾਤਾਂ ਦੇ ਵਿੱਚ। ਉਹ ਇਹ ਨਹੀਂ ਕਿ ਅਸੀਂ ਆਪਣੀ ਹੋਂਦ ਨੂੰ ਬਚਾ ਕੇ ਰੱਖਣਾ, ਆਉਣ ਵਾਲੇ ਭਵਿੱਖ ਨੂੰ ਬਚਾ ਕੇ ਰੱਖਣ ਲਈ ਇਸ ਲੜਾਈ 'ਚ ਯੋਗਦਾਨ ਪਾ ਰਹੇ ਹਾਂ। ਨਜ਼ਰੀਆ ਜੀ ਵਿੱਚ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਉਹ ਮਾਘ ਦੇ ਮੌਸਮ 'ਚ ਕੜਾਕੇ ਦੀ ਜਦੋਂ ਸਰਦੀ ਪੈ ਰਹੀ ਹੈ ਤਾਂ ਤਾਪਮਾਨ 4-5 ਡਿਗਰੀ ਤੋਂ ਵੀ ਹੇਠਾਂ ਨੂੰ ਜਾ ਰਿਹਾ ਹੈ। ਉਹੋ ਜਿਹੇ ਮੌਸਮ 'ਚ ਪੰਜਾਬ ਸਮੇਤ ਦੇਸ਼ ਦਾ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਦਿੱਲੀ ਦੇ ਬਾਰਡਰ ਤੇ ਲੜਾਈ ਲੜ ਰਿਹਾ ਹੈ। ਇਸ ਲਹਿਰ ਨੂੰ ਸਿਖਰ ਤੇ ਲਿਜਾਣ ਦੇ ਲਈ ਵੱਖ-ਵੱਖ ਵਰਗਾਂ ਦਾ ਯੋਗਦਾਨ ਤਾਂ ਹਾਈ ਹੈ। ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਹਿਲਜੁਲ ਹੋਈ ਹੈ, ਪਰ ਜਦੋਂ ਆਪਾਂ ਵਰਗਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਆਪਾਂ ਚਰਚਾ ਕਰਾਂਗੇ ਔਰਤਾਂ ਦੀ ਇਸ ਲਹਿਰ ਦੇ ਅੰਦਰ ਕਿੰਨੀ ਵੱਡੀ ਇਤਿਹਾਸਿਕ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ। ਆਮ ਤੌਰ ਤੇ ਔਰਤ ਵਰਗ ਨੂੰ ਘਰਾਂ 'ਚ ਘਰਾਂ ਦੇ ਕੰਮਕਾਜ ਹੱਥ ਵਟਾਉਣ ਦੇ ਲਈ ਜਾਣਿਆ ਜਾਂਦਾ ਹੈ, ਪਰ ਹੁਣ ਜਿਹੜੀਆਂ ਬਦਲੀਆਂ ਹੋਈਆਂ ਪ੍ਰਸਥਿਤੀਆਂ, ਔਰਤਾਂ ਦੀ ਆਵਾਜ਼ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਦਿੱਲੀ ਦੇ ਬਾਰਡਰ ਤੇ ਵੀ ਗੂੰਜ ਰਹੀ ਹੈ। ਸ਼ਾਇਦ ਔਰਤ ਨੂੰ ਇਸ ਗੱਲ ਦਾ ਸਭ ਤੋਂ ਵਧੇਰੇ ਅਹਿਸਾਸ ਹੈ ਕਿ ਜਦੋਂ ਪਰਿਵਾਰ ਤੇ ਕੋਈ ਬਿਪਤਾ ਦੇ ਪਹਾੜ ਟੁੱਟਦੇ ਹੈ ਤਾਂ ਔਰਤ ਦੇ ਸਿਰ ਤੇ ਸਭ ਤੋਂ ਵਧੇਰੇ ਬਿਪਤਾ ਦਾ ਪਹਾੜ ਟੁੱਟ ਪੈਂਦਾ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਇਸ ਲਹਿਰ ਨਾਲ ਜੁੜੀਆਂ ਜਿਹੜੀਆਂ ਮਹਿਲਾ ਔਰਤ ਆਗੂ ਜਿਨ੍ਹਾਂ ਦੀ ਇੱਕ ਬਹੁਤ ਖਾਸ ਭੂਮਿਕਾ ਹੈ, ਇਸੇ ਤਰੀਕੇ ਨਾਲ ਵਿਦਿਅਕ ਖੇਤਰ ਦੀਆਂ ਮਾਹਰ ਹਸਤੀਆਂ ਵਿੱਚ ਇੱਕ ਹਸਤੀ, ਤਿੰਨੇ ਮਹਿਮਾਨ ਡਾਕਟਰ ਮਦਨਜੀਤ ਕੌਰ ਸਹੋਤਾ ਜਿਹੜੇ ਕਿ ਵਿਦਿਅਕ ਤੇ ਧਾਰਮਿਕ ਖੇਤਰ ਦੇ ਵਿੱਚ ਜਾਣੀ ਪਹਿਚਾਣੀ ਹਸਤੀ ਨੇ, ਹਰਿੰਦਰ ਕੌਰ ਬਿੰਦੂ ਜੀ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਪੰਜਾਬ ਦੇ, ਸਤਿ ਸ਼੍ਰੀ ਅਕਾਲ ਜੀ, ਪੰਜਾਬ ਦੇ ਸਵਾਈ ਪੈਨਲ ਦੇ ਪ੍ਰਧਾਨ ਨੇ। ਇਸੇ ਤਰੀਕੇ ਨਾਲ ਸਾਡੇ ਨਾਲ ਤੀਜੇ ਮਹਿਮਾਨ ਬਲਵੀਰ ਕੌਰ ਜੀ ਭਾਰਤੀ ਕਿਸਾਨ ਯੂਨੀਅਨ ਡਕਰੌਂਦਾ ਗਰੁੱਪ ਦੇ ਸੀਨੀਅਰ ਇਸਤਰੀ ਅਕਾਲੀ ਆਗੂ। ਤਿੰਨੇ ਖਾਸ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਇੱਕ ਵੱਖਰੇ ਨਜ਼ਰੀਏ ਤੋਂ ਅਸੀਂ ਦੇਖ ਰਹੇ ਹਾਂ ਇਸ ਕਿਸਾਨ ਅੰਦੋਲਨ 'ਚ ਜਿਹੜੀ ਭੂਮਿਕਾ ਨਿਭਾਈ ਜਾ ਰਹੀ ਹੈ ਦੇਸ਼ ਤੇ ਪੰਜਾਬ ਦੀਆਂ ਮਹਿਲਾਵਾਂ ਵੱਲੋਂ, ਔਰਤਾਂ ਵੱਲੋਂ। ਬਿੰਦੂ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਹਾਂ, ਕੀ ਵਜ੍ਹਾ ਦੇਖਦੇ ਹਾਂ ਕਿ ਔਰਤਾਂ ਵੱਲੋਂ ਬਹੁਤ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਲਹਿਰ ਦੇ ਵਿੱਚ? ਜੀ ਬਿੰਦੂ ਜੀ। ਜੀ ਅਸੀਂ ਇਹ ਦੇਖਦੇ ਹੈਗੇ ਕਿ ਜਿਹੜੇ ਇਹ ਤਿੰਨ ਖੇਤੀ ਕਾਨੂੰਨ ਬਿੱਲ ਆਏ ਨੇ, ਇਹਨਾਂ ਦਾ ਲਾਗੂ ਹੋਣ ਨਾਲ ਸਾਡੇ ਔਰਤਾਂ ਤੇ ਬਹੁਤ ਵੱਡਾ ਅਸਰ ਪੈਣਾ ਹੈ ਜੀ। ਜਿਹੜੀਆਂ ਨਵੀਆਂ ਤਕਨੀਕਾਂ ਦੇ ਨਾਲ ਪ੍ਰਾਈਵੇਟਾਈਜੇਸ਼ਨ ਦਾ ਬਹੁਤ ਵੱਡਾ ਪਿਆ ਔਰਤਾਂ ਤੇ ਜਿਵੇਂ ਕਰਜ਼ੇ ਚੜੇ, ਖੁਦ ਜ਼ਮੀਨਾਂ ਖੁੱਸੀਆਂ ਤੱਕ ਮਰਦਾਂ ਨੇ ਖੁਦਕਸ਼ੀਆਂ ਕਰੀਆਂ, ਵੱਡੀ ਪੱਧਰ ਤੇ ਔਰਤਾਂ ਤੇ ਇਸ ਗੱਲ ਦਾ ਅਸਰ ਪਿਆ ਜੀ। ਤੇ ਇਹਨਾਂ ਕਾਨੂੰਨਾਂ ਦੇ ਨਾਲ ਵੀ ਤੌਰ ਤੇ ਜੀ ਬਿੰਦੂ ਜੀ, ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ। ਹਾਂਜੀ, ਅਸੀਂ ਇਹ ਕਹਿ ਰਹੇ ਹਾਂ ਕਿ ਇਹਨਾਂ ਕਾਨੂੰਨਾਂ ਦਾ ਔਰਤਾਂ ਤੇ ਬਹੁਤ ਵੱਡਾ ਅਸਰ ਪੈਣਾ ਜੀ।
ਜਦੋਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਅਸਰ ਪੈ ਰਿਹਾ, ਆਮ ਤੌਰ ਤੇ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਪੇਂਡੂ ਖੇਤਰ ਦੀਆਂ ਔਰਤਾਂ, ਉਹਨਾਂ ਨੂੰ ਘਰ ਦੇ ਕੰਮਕਾਜ ਦੇ ਲਈ ਜਾਣਿਆ ਜਾਂਦਾ ਹੈ। ਇਹ ਜਿਹੜੀ ਅਸੀਂ ਤਬਦੀਲੀ ਦੇਖ ਰਹੇ ਹਾਂ, ਕੀ ਲੱਗਦਾ ਹੈ ਕਿ ਔਰਤਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮਰਦਾਂ ਦੇ ਨਾਲ ਬਰਾਬਰ ਜਾ ਕੇ ਅੰਦੋਲਨ 'ਚ ਲਹਿਰ 'ਚ ਖੜੀਆਂ ਹੋਵਾਂਗੀਆਂ ਤਾਂ ਹੀ ਸਾਡੇ ਪਰਿਵਾਰ ਬਚ ਸਕਦੇ ਆ, ਤਾਂ ਹੀ ਕਿਸਾਨੀ ਬਚ ਸਕਦੀ ਹੈ। ਬਹੁਤ ਵੱਡੀ ਤਬਦੀਲੀ ਹੈ। ਇਹ ਤਬਦੀਲੀ ਦਾ ਅਹਿਸਾਸ ਕਿਵੇਂ ਦੇਖ ਰਹੇ ਹੋ? ਜੀ ਅਸੀਂ ਇਸ ਤਬਦੀਲੀ ਦਾ ਅਹਿਸਾਸ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਔਰਤਾਂ ਨੂੰ ਪਹਿਲਾਂ ਇਸ ਗੱਲ ਲਈ ਜਥੇਬੰਦ ਕੀਤਾ ਹੈ, ਜਾਗਰਤ ਕੀਤਾ ਹੈ, ਚੇਤਨ ਕੀਤਾ ਹੈ ਤੇ ਔਰਤਾਂ ਨੇ ਇਸ ਗੱਲ ਨੂੰ ਸਮਝਿਆ ਕਿ ਜੇ ਸਾਡੇ ਕੋਲੋਂ ਜ਼ਮੀਨ ਖੁੱਸਣੀ ਹੈ, ਸਾਡੇ ਕੋਲ ਜ਼ਮੀਨ ਨਹੀਂ ਰਹਿਣੀ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਹੈ। ਉਹਨਾਂ ਨੇ ਇਸ ਨੁਕਸਾਨ ਨੂੰ ਸਮਝਦੇ ਹੋਏ ਸਾਰੀਆਂ ਰੋਕਾਂ ਤੋੜ ਕੇ ਸੰਘਰਸ਼ ਦੇ ਵਿੱਚ ਆਈਆਂ ਨੇ ਜੀ, ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਹੈ ਜੀ। ਬਲਵੀਰ ਜੀ, ਇਹੀ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਕਿਸਾਨ ਲਹਿਰ ਦੀ ਆਪਾਂ ਗੱਲ ਕਰ ਰਹੇ ਹਾਂ, ਕੌਮੀ ਪੱਧਰ ਤੇ ਬਹੁਤ ਵੱਡਾ ਅੰਦੋਲਨ, ਬਹੁਤ ਵੱਡਾ ਨੋਟਿਸ, ਚਾਹੇ ਕੇਂਦਰ ਸਰਕਾਰ ਦੀ ਗੱਲ ਕਰ ਲਈਏ, ਸੁਪਰੀਮ ਕੋਰਟ ਦੀ ਗੱਲ ਕਰ ਲਈਏ, ਕੌਮਾਂਤਰੀ ਪੱਧਰ ਦੀ ਗੱਲ ਕਰ ਲਈਏ, ਨੋਟਿਸ ਲਿਆ ਜਾ ਰਿਹਾ ਹੈ। ਪਰ ਇਸ ਲਹਿਰ ਦੇ ਅੰਦਰ ਜਿਹੜੀਆਂ ਔਰਤਾਂ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ, ਤੁਸੀਂ ਕਿਵੇਂ ਦੇਖਦੇ ਹੋ? ਕਿਉਂ ਇੰਨੀ ਵੱਡੀ ਗਿਣਤੀ 'ਚ ਔਰਤਾਂ ਜੁੜੀਆਂ ਇਸ ਲਹਿਰ ਦੇ ਨਾਲ? ਬਲਵੀਰ ਜੀ। ਬਿਲਕੁਲ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰ। ਕਿਉਂਕਿ ਜਦੋਂ ਤੋਂ ਸਾਰੇ ਅੰਦੋਲਨ ਸ਼ੁਰੂ ਹੋਇਆ ਜੂਨ ਦੇ ਵਿੱਚ, ਜਦੋਂ ਤੋਂ ਇਹਨਾਂ ਨੇ ਆਰਡੀਨੈਂਸ ਲਿਆਂਦੇ ਸੀ, ਉਸ ਟਾਈਮ ਹੀ ਜਿਹੜੀਆਂ ਔਰਤਾਂ ਨੂੰ ਪਿੰਡਾਂ ਦੇ ਵਿੱਚ ਲਾਮਬੰਦ ਕਰਨਾ ਸ਼ੁਰੂ ਕਰਤਾ ਸੀਗਾ। ਕਿਉਂਕਿ ਜਿਹੜੀਆਂ ਔਰਤਾਂ ਨੂੰ ਪਤਾ ਲੱਗ ਚੁੱਕਿਆ ਸਰ ਵੀ ਜਿਹੜੇ ਕਾਨੂੰਨ ਨੇ ਸਰ ਸਾਡੇ ਲਈ ਕਿੰਨੇ ਘਾਤਕ ਨੇ, ਆਉਣ ਵਾਲੀ ਸਾਡੇ ਬੱਚਿਆਂ ਲਈ, ਕਿਉਂਕਿ ਬੱਚਿਆਂ ਦਾ ਭਵਿੱਖ ਦੇ ਨਾਲ ਜੁੜਿਆ ਹੋਇਆ ਸਰ। ਜੇ ਸਾਡੀਆਂ ਜ਼ਮੀਨਾਂ ਨਹੀਂ ਰਹਿਣਗੀਆਂ ਤਾਂ ਜ਼ਮੀਨਾਂ ਨਾਲ ਜਿਹੜੇ ਸਹਾਇਕ ਧੰਦੇ ਆ ਪਿੰਡਾਂ ਦੇ ਵਿੱਚ ਬਿਲਕੁਲ, ਸ਼ਹਿਰਾਂ ਦੇ ਵਿੱਚ ਬਿਲਕੁਲ, ਚਾਹੇ ਕੋਈ ਅਧਿਆਪਕ ਹੈ, ਕੋਈ ਟੀਚਰ ਹੈ ਸਰ, ਕੋਈ ਵਕੀਲ ਹੈ, ਆੜ੍ਹਤੀ ਨੇ, ਵਪਾਰੀ ਨੇ, ਹਰ ਇੱਕ ਨੂੰ ਇਸ ਕਾਨੂੰਨ ਨੇ ਢਾਹ ਲਾਉਣੀ ਹੈ ਸਰ। ਜਦੋਂ ਕਿਸੇ ਅੱਗ ਦਾ ਸੇਕ ਚੁੱਲ੍ਹੇ ਤੱਕ ਆਉਂਦਾ ਹੈ ਸਰ, ਤਾਂ ਔਰਤ ਨੂੰ ਇਸ ਅੰਦੋਲਨ ਦੇ ਵਿੱਚ ਜਾਣੀ ਕਿ ਆਪਣੇ ਆਪ ਨੂੰ ਝੁਕਣਾ ਹੀ ਪੈਂਦਾ ਹੈ। ਤਾਂ ਹੁਣ ਸਾਡੇ ਲਈ ਕੋਈ ਹੋਰ ਰਾਹ ਨਹੀਂ ਸੀਗਾ ਵੀ ਇਸ ਤੋਂ ਬਗੈਰ ਇਸ ਲੜਾਈ ਦੇ ਵਿੱਚ ਕੁੱਦਣਾ, ਜਾਂ ਤਾਂ ਇਸ ਲੜਾਈ ਦੇ ਵਿੱਚ ਬਰਾਬਰ ਆਪਾਂ ਜਿਹੜਾ ਔਰਤਾਂ ਮਰਦਾਂ ਦੇ ਨਾਲ ਮੋਢਾ ਲਾ ਕੇ ਖੜਦੀਆਂ, ਜਾਂ ਅਸੀਂ ਹਾਰ ਮੰਨ ਲੈਂਦੇ। ਤਾਂ ਜਿਹੜੀਆਂ ਔਰਤਾਂ ਨੇ ਇਸ ਲੜਾਈ ਨੂੰ ਚੁਣਿਆ ਸਰ। ਤਾਂ ਅੱਜ ਜੇ ਮੈਂ ਗੱਲ ਕਰਾਂ, ਉੱਥੇ 90 ਸਾਲ ਦੀ ਮਾਤਾ ਵੀ ਬੈਠੀ ਹੈ ਤੇ 8 ਸਾਲ ਦੀ ਸਾਡੀ ਇੱਕ ਛੋਟੀ ਜਿਹੀ ਬੱਚੀ ਵੀ ਉਸ ਦਿੱਲੀ ਦੇ ਬਾਰਡਰ ਤੇ ਬੈਠੀ ਹੈ, ਇਸ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਦੇ ਵਿੱਚ। ਉਹ ਇਸ ਲਈ ਕਿ ਅਸੀਂ ਆਪਣੀ ਹੋਂਦ ਨੂੰ ਬਚਾ ਕੇ ਰੱਖਣਾ, ਆਉਣ ਵਾਲੇ ਭਵਿੱਖ ਨੂੰ ਬਚਾ ਕੇ ਰੱਖਣ ਲਈ ਇਸ ਲੜਾਈ 'ਚ ਯੋਗਦਾਨ ਪਾ ਰਹੇ ਹਾਂ। ਲਵੀ ਜੀ, ਬਹੁਤ ਵੱਡੀ ਤਬਦੀਲੀ ਹੈ। ਜਦੋਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਅੱਗ ਦਾ ਸੇਕ ਘਰ ਤੱਕ ਪਹੁੰਚ ਜਾਂਦਾ ਤਾਂ ਲੜਾਈ ਤੋਂ ਬਗੈਰ ਕੋਈ ਹੋਰ ਚਾਰਾ ਹੀ ਨਹੀਂ ਹੈ। ਆਮ ਤੌਰ ਤੇ ਜਿਹੜੀਆਂ ਪੇਂਡੂ ਖੇਤਰ ਦੀਆਂ ਔਰਤਾਂ ਹੈਗੀਆਂ, ਤੁਹਾਡਾ ਉਹਨਾਂ ਦੇ ਨਾਲ ਵਾਹ ਪੈਂਦਾ, ਤੁਸੀਂ ਕੰਮ ਕਰਦੇ ਹੋ ਉਸ ਖੇਤਰ ਦੇ ਵਿੱਚ, ਉਹ ਚੁੱਲ੍ਹੇ ਚੌਂਕੇ ਦੇ ਲਈ, ਘਰ ਦੇ ਪੱਠੇ ਦੱਥੇ ਦੇ ਲਈ, ਛੋਟੇ ਮੋਟੇ ਖੇਤੀ ਦੇ ਕੰਮਾਂ ਦੇ ਲਈ ਇਹਦੇ ਨਾਲ ਜੁੜੀਆਂ ਰਹਿੰਦੀਆਂ ਸੀ। ਪਰ ਜਿਸ ਤਰੀਕੇ ਨਾਲ ਜਾਗਰੂਕ ਹੋ ਕੇ ਦਿੱਲੀ ਦੇ ਬਾਰਡਰ ਤੇ ਬੈਠੀਆਂ, ਪੰਜਾਬ 'ਚ ਧਰਨਿਆਂ ਤੇ ਜਾ ਰਹੀਆਂ, ਇਹ ਤਬਦੀਲੀ ਐਡੀ ਵੱਡੀ ਕੀ ਕਿਸਾਨ ਲੀਡਰਸ਼ਿਪ ਦੀ ਦੇਣ ਹੈ ਜਾਂ ਤੁਹਾਡੇ ਜਿਹੜੀਆਂ ਮਹਿਲਾ ਆਗੂ ਹੈਗੀਆਂ ਉਹਨਾਂ ਦੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੂੰ ਲਾਮਬੰਦ ਕੀਤਾ? ਇੰਨੀ ਵੱਡੀ ਤੇ ਲਾਮਬੰਦੀ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਦੇਸ਼ ਦੀ ਆਜ਼ਾਦੀ ਦੇ ਬਾਅਦ। ਜੀ ਬਲਵੀਰ ਜੀ। ਬਿਲਕੁਲ ਸਰ, ਬਿਲਕੁਲ ਆਪਦਾ ਕਹਿਣਾ ਬਿਲਕੁਲ ਰਾਈਟ ਹੈ। ਕਿਉਂਕਿ ਜਿਹੜੀਆਂ ਔਰਤਾਂ ਨੂੰ ਸੰਗਠਿਤ ਕਰਨਾ, ਘਰਾਂ ਤੋਂ ਬਾਹਰ ਕੱਢਣਾ ਸਰ, ਕਿਉਂਕਿ ਘਰ ਦੇ ਚੁੱਲ੍ਹੇ ਚੌਂਕੇ ਤੋਂ ਇਲਾਵਾ ਜੇ ਆਪਾਂ ਇੱਕ ਗੱਲ ਕਰੀਏ ਵੀ ਔਰਤਾਂ ਅਨਪੜ੍ਹ ਨੇ, ਤਾਂ ਅਨਪੜ੍ਹ ਜਿਹੜੀ ਔਰਤ ਹੈ ਅੱਜ ਉਹ ਦੇਸ਼ ਦੀ ਲੜਾਈ ਲੜ ਰਹੀ ਹੈ ਬਾਰਡਰ ਤੇ ਬੈਠੀ। ਇਹਦੇ ਵਿੱਚ ਸਰ ਜਥੇਬੰਦੀਆਂ ਦਾ ਪੂਰਾ ਯੋਗਦਾਨ ਹੈ, ਜਥੇਬੰਦੀਆਂ ਦਾ ਵੀ ਯੋਗਦਾਨ ਹੈ, ਔਰਤ ਲੀਡਰਾਂ ਦਾ ਵੀ ਯੋਗਦਾਨ ਹੈਗਾ। ਕਿਉਂਕਿ ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ ਪ੍ਰਚਾਰ ਕਰਨਾ, ਉਹਨਾਂ ਨੂੰ ਇਸ ਗੱਲ ਲਈ ਉਹਨਾਂ ਦੇ ਦਿਮਾਗ ਵਿੱਚ ਪਾਉਣੀ ਵੀ ਜੇ ਕਾਨੂੰਨ ਲਾਗੂ ਹੁੰਦੇ ਹੈ ਤਾਂ ਤੁਹਾਡਾ ਕੀ ਨੁਕਸਾਨ ਹੋ ਸਕਦਾ ਹੈ। ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਸਾਡਾ ਪਹਿਲਾਂ ਇਹ ਨਿਰਭਰ ਕਰਦਾ ਸੀ ਵੀ ਅਸੀਂ ਬੱਚਿਆਂ ਨੂੰ ਬਾਹਰ ਪੜ੍ਹਾਈ ਵਾਸਤੇ ਭੇਜ ਦਾਂਗੇ ਜ਼ਮੀਨਾਂ ਦੇ ਸਿਰ ਤੇ, ਅਸੀਂ ਜ਼ਮੀਨਾਂ ਤੇ ਲਿਮਟਾਂ ਕਰਾਉਂਦੇ ਸੀ, ਲਿਮਟਾਂ ਦੇ ਕਰਜ਼ੇ ਚੁੱਕ ਕੇ ਅਸੀਂ ਬੱਚਿਆਂ ਨੂੰ ਬਾਹਰ ਭੇਜਦੇ ਸੀ, ਤੇ ਅੱਜ ਜੇ ਸਾਡੀਆਂ ਜ਼ਮੀਨਾਂ ਹੀ ਚਲੀਆਂ ਗਈਆਂ ਤਾਂ ਸਾਡਾ ਜਿਹੜਾ ਸਾਡੇ ਕੋਲ ਕੁਝ ਵੀ ਨਹੀਂ ਬਚਣਾ। ਤਾਂ ਇਸ ਗੱਲ ਨੂੰ ਔਰਤ ਨੇ ਚੰਗਾ ਹੁੰਗਾਰਾ ਦਿੱਤਾ ਤੇ ਅੱਜ ਔਰਤ ਸਾਥੋਂ ਪਹਿਲਾਂ, ਲੀਡਰਾਂ ਤੋਂ ਪਹਿਲਾਂ ਬਾਰਡਰ ਤੇ ਬੈਠੀਆਂ ਨੇ। ਕਿਉਂਕਿ ਔਰਤਾਂ ਨੂੰ ਪਤਾ ਲੱਗ ਚੁੱਕਿਆ ਵੀ ਲੜਾਈ ਬਿਨਾਂ ਸਾਡੇ ਕੋਲ ਸਰਨਾ ਨਹੀਂ, ਇੱਕ ਵੱਡਾ ਇਤਿਹਾਸਕ ਰੋਲ ਜਿਹੜੀਆਂ ਔਰਤਾਂ ਨਿਭਾ ਰਹੀਆਂ ਨੇ। ਜੇ ਮੈਂ ਗੱਲ ਕਰਾਂ 14 ਦਸੰਬਰ ਨੂੰ ਡੀਸੀ ਦਫ਼ਤਰ ਅੱਗੇ ਧਰਨੇ ਦਾ ਐਲਾਨ ਜਥੇਬੰਦੀਆਂ ਵੱਲੋਂ ਸੀ, ਤਾਂ ਉਹਨਾਂ ਵਿੱਚ ਵੀ ਔਰਤਾਂ ਜਿਹੜੀਆਂ ਦਿੱਲੀ ਨਹੀਂ ਗਈਆਂ, ਉਹਨਾਂ ਨੇ ਇੰਨੀ ਵੱਡੀ ਭੂਮਿਕਾ ਨਿਭਾਈ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਖੇਤਾਂ ਦੇ ਵਿੱਚ ਭੂਮਿਕਾ ਨਿਭਾ ਰਹੀਆਂ ਨੇ। ਮਰਦ ਬਾਰਡਰਾਂ ਤੇ ਬੈਠੇ ਨੇ ਤਾਂ ਜਿਹੜੀਆਂ ਔਰਤਾਂ ਬੱਚੀਆਂ ਨੇ ਖੇਤਾਂ ਦੇ ਵਿੱਚ ਕਿਵੇਂ
ਸਪਰੇਅ ਦਾ ਛਿੜਕਾਅ ਕਰ ਰਹੀਆਂ ਨੇ, ਫਸਲਾਂ ਦੀ ਬਿਜਾਈ ਕਰ ਰਹੀਆਂ ਨੇ, ਰੇ ਸਪਰੇਅ ਪਾ ਰਹੀਆਂ ਨੇ। ਬਹੁਤ ਵੱਡੀ ਤਬਦੀਲੀ ਆਈ ਹੈ ਸਰ। ਇਹ ਇੱਕ ਸਮੇਂ ਦੀ ਲੋੜ ਵੀ ਸੀ, ਇੱਕ ਚੰਗੇ ਸਮੇਂ ਦੀ ਲੋੜ ਸੀ। ਅੱਜ ਇਹਨੇ ਸਾਬਤ ਕਰਤਾ ਵੀ ਲੜਾਈ ਇਕੱਲੀ ਮਰਦਾਂ ਦੀ ਨਹੀਂ, ਔਰਤਾਂ, ਬੱਚੇ, ਬਜ਼ੁਰਗ ਸਾਰੇ ਇਸ ਲੜਾਈ ਦੇ ਵਿੱਚ ਬਰਾਬਰ ਕੁੱਦ ਚੁੱਕੇ ਨੇ ਸਰ। ਜੀ ਜੀ ਬਿਲਕੁਲ, ਜਿਹੜਾ ਤੁਹਾਡਾ ਵਿਊ ਪੁਆਇੰਟ ਆ ਗਿਆ ਬਲਵੀਰ ਜੀ। ਡਾਕਟਰ ਸੋਹਤਾ, ਜਿੱਦਾਂ ਸਾਡੇ ਦੋਨਾਂ ਮਹਿਮਾਨਾਂ ਨੇ, ਜਿੱਦਾਂ ਬਿੰਦੂ ਜੀ ਨੇ ਔਰ ਬਲਵੀਰ ਜੀ ਨੇ ਇਸ ਮੁੱਦੇ ਤੇ ਕਿਹਾ ਕਿ ਜ਼ਰੂਰਤ ਸੀ, ਲੋੜ ਸੀ ਹੁਣ ਔਰਤ ਦਾ ਇਸ ਲੜਾਈ ਦੇ ਵਿੱਚ ਕੁੱਦਣ ਦੇ ਲਈ, ਮਰਦ ਦਾ ਸਾਥ ਦੇਣ ਲਈ। ਇਹ ਜਿਹੀ ਸਥਿਤੀ ਬਣ ਗਈ ਹੈ ਕਿਉਂਕਿ ਸੇਕ ਘਰ ਤੱਕ ਆਣ ਪੁੱਜਾ ਹੈ। ਡਾਕਟਰ ਸੋਹਤਾ, ਤੁਸੀਂ ਕਿਵੇਂ ਦੇਖਦੇ ਹੋ ਇਸ ਭੂਮਿਕਾ ਨੂੰ ਜੋ ਇਸ ਵੇਲੇ ਔਰਤ ਵੱਲੋਂ ਨਿਭਾਈ ਜਾ ਰਹੀ ਹੈ? ਇਹ ਲਹਿਰ ਜਿਹੜੀ ਕਿ ਇਸ ਵੇਲੇ ਕੌਮਾਂਤਰੀ ਪੱਧਰ ਤੇ ਵੀ ਇਸ ਦਾ ਨੋਟਿਸ ਲਿਆ ਜਾ ਰਿਹਾ ਹੈ। ਸਿੱਧੂ ਸਾਹਿਬ ਬਹੁਤ ਹੀ ਬਰਨਿੰਗ ਇਸ਼ੂ ਹੈ, ਇਹਦੇ ਤੇ ਧਿਆਨ ਦੇਣਾ ਬਹੁਤ ਸਭ ਦਾ ਜ਼ਰੂਰੀ ਹੈ। ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗੀ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੱਚੇ ਟੋਟੇ ਟੋਟੇ ਕਰਾ ਕੇ ਝੋੜੀਆਂ 'ਚ ਪਵਾਏ। ਇਹ ਉਹ ਸਿੰਘੜੀਆਂ ਨੇ। ਔਰਤ ਅਦ ਕਦੀਮ ਤੋਂ ਹੀ ਉਹ ਸਾਥ ਦਿੰਦੀ ਆਈ ਹੈ, ਅੱਗੇ ਲੱਗਦੀ ਆਈ ਹੈ। ਅਸੀਂ ਮਾਈ ਭਾਗੋ ਦੇ ਵਾਰਸ ਹਾਂ। ਅਸੀਂ ਅੱਜ ਮਾਤਾ ਗੁਜਰੀ ਦੀ ਲਸਾਨੀ ਸ਼ਹਾਦਤ ਨੂੰ ਕਿਹੜਾ ਇਨਸਾਨ ਹੈ ਜਿਹਦੀ ਜਾਗਦੀ ਜੋਗਤੀ ਜ਼ਮੀਰ ਹੈਗੀ ਹੈ, ਜਿਸ ਨੂੰ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਭੁੱਲੀ ਹੋਈ ਹੈ, ਜਿਨ੍ਹਾਂ ਨੇ ਆਪਣੇ ਪੋਤਿਆਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੇਨ ਕੀਤਾ, ਕਿਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਝੁਕਣਾ ਨਹੀਂ, ਤੁਸੀਂ ਹਾਕਮ ਦੀਆਂ ਫੌਜੀਆਂ ਚਾਲਾਂ ਨੂੰ ਤੁਸੀਂ ਖਾਰਜ ਕਰ ਦੇਣਾ, ਆਪਣੇ ਦੀਨ ਤੇ ਪੱਕੇ ਰਹਿਣਾ। ਸੋ ਔਰਤ ਦਾ ਇਹ ਜਿਹੜਾ ਸੰਘਰਸ਼ ਵਿੱਚ ਹਿੱਸਾ ਲੈਣਾ, ਇਹ ਉਸ ਨੂੰ ਵਿਰਸੇ ਤੋਂ ਮਿਲਿਆ। ਉਹਦੇ ਖੂਨ ਵਿੱਚ ਇਹ ਚੀਜ਼ ਹੈਗੀ ਹੈ। ਜਿਹਦਾ ਪੁੱਤ ਬਾਰਡਰ ਤੇ ਸ਼ਹੀਦ ਹੋ ਰਿਹਾ ਹੈ, ਜਿਹਦਾ ਪਤੀ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਖੇਤਾਂ ਵਿੱਚ ਕੰਮ ਕਰ ਰਿਹਾ ਹੈ, ਜਿਹੜਾ ਪੋਹ ਮਾਰ ਦੇ ਠੰਡੇ ਜਿਹੜਾ ਅਸੀਂ ਹੱਥ ਬਾਹਰ ਨਹੀਂ ਕੱਢ ਸਕਦੇ, ਤੁਹਾਨੂੰ ਅੰਦਰ ਬੈਠਿਆਂ ਵੀ ਕਾਂਬਾ ਲੱਗਦਾ ਹੈ, ਉਹ ਬਾਹਰ ਕੰਮ ਕਰਦੇ ਨੇ। ਉਹਦੇ ਪਿੱਛੇ ਹਮੇਸ਼ਾ ਮਾਂ ਹੁੰਦੀ ਹੈ, ਔਰਤ ਹੁੰਦੀ ਹੈ, ਧੀ ਹੁੰਦੀ ਹੈ, ਭੈਣ ਹੁੰਦੀ ਹੈ। ਉਹੀ ਵਰਤਾਰਾ ਅਸੀਂ ਅੱਜ ਬੜਾ ਸਾਡਾ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਅਸੀਂ ਜਿਹੜੇ ਹੈਗੇ ਸਾਡੀਆਂ ਬੀਬੀਆਂ, ਭਾਵੇਂ 90 ਸਾਲ ਦੀ ਆ, ਭਾਵੇਂ 15 ਸਾਲ ਦੀ ਆ, ਭਾਵੇਂ 7 ਸਾਲ ਦੀ। ਕੱਲ੍ਹ ਮੈਂ ਬੱਚੀ ਦੇਖ ਰਹੀ ਸੀ, ਉਹਨੂੰ ਪੁੱਛਿਆ ਕਿ ਤੂੰ ਕੀ ਕਰਨ ਜਾ ਰਹੀ ਹੈ, ਉਸਨੇ ਕਿਹਾ ਹੱਕ ਲੈਣ ਜਾ ਰਹੀ ਹਾਂ। ਸੋ ਇਹ ਜਿਹੜੀ ਲਹਿਰ ਹੈ, ਇਹ ਇਕੱਲਾ ਸੰਘਰਸ਼ ਨਹੀਂ, ਇਹ ਇਨਕਲਾਬ ਹੋ ਨਿਬੜਿਆ। ਇਨਕਲਾਬ ਕਦੋਂ ਆਉਂਦਾ ਹੈ? ਜਦੋਂ ਹਕੂਮਤ ਨੂੰ ਝੁਕਾਉਣ ਦਾ ਵੇੜਾ ਆ ਜਾਂਦਾ ਹੈ। ਆਮ ਪ੍ਰਜਾ ਇਹ ਮਹਿਸੂਸ ਕਰਦੀ ਹੈ ਕਿ ਹੁਣ ਵਕਤ ਆ ਗਿਆ। ਨਹੀਂ ਤਾਂ ਹੁਣ ਜੇ ਤੁਸੀਂ ਦੇਖੋ, ਜੇ ਆਦਮੀ ਦੇ ਗਲ ਤੱਕ ਪਾਣੀ ਆ ਜੇ ਤੇ ਉਹਨੂੰ ਕੋਈ ਆਸ ਨਹੀਂ ਜਿਉਂਦੇ ਰਹਿਣ ਦੀ, ਤਾਂ ਜ਼ਰੂਰ ਉਹ ਜੱਦੋ ਜਹਿਦ ਕਰੇਗਾ, ਆਪਣੇ ਸਿਰ ਤੋੜ ਯਤਨ ਕਰੇਗਾ। ਸਾਡੇ ਤਾਂ ਜਿਹੜਾ ਸਾਨੂੰ ਵਿਰਸਾ ਹੀ ਇਹ ਮਿਲਿਆ ਹੈਗਾ, ਸੂਰਾ ਸੋ ਪਹਿਚਾਨੀਏ ਜੋ ਡਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਸੋ ਅਸੀਂ ਉਸ ਵਿਰਸੇ ਦੇ ਮਾਲਕ ਹਾਂ। ਸੋ ਮੇਰਾ ਸਲੂਟ ਹੈ ਉਹਨਾਂ ਬੀਬੀਆਂ ਨੂੰ। ਅਸੀਂ ਨਿੱਤ ਸਵੇਰੇ ਉੱਠ ਕੇ ਅਰਦਾਸ ਕਰਦੇ ਹਾਂ ਉਹਨਾਂ ਦੀ ਕਾਮਯਾਬੀ ਲਈ। ਸਰੀਰਕ ਤੌਰ ਤੇ ਸਾਰੇ ਨਹੀਂ ਹਾਜ਼ਰ, ਲੇਕਿਨ ਮਾਨਸਿਕ ਤੌਰ ਤੇ, ਰੂਹਾਨੀ ਤੌਰ ਤੇ ਅਸੀਂ ਉਹਨਾਂ ਦੇ ਨਾਲ ਅੰਗ ਸੰਗ ਹਾਂ। ਉੱਥੇ ਗੁਰੂ ਮਹਾਰਾਜ ਦਾ ਵਰਤਾਰਾ ਵਰਤ ਰਿਹਾ ਹੈ। ਦੇਖੋ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਮੇਰੇ ਨਾਲ ਕੱਲ੍ਹ ਕੋਈ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਆਪਣਾ ਲੋਕ ਇਕੱਠੇ ਕਰਨੇ ਹੁੰਦੇ ਆ ਤੇ ਉਹਨਾਂ ਦੀ ਜੀ ਜਾਨ ਲਾ ਦਿੰਦੇ ਆ। ਕਿੰਨੇ ਕੁ ਹੀਲੇ ਵਸੀਲੇ, ਫੇਰ ਫਾਉਲ ਮੀਨ ਇਸਤੇਮਾਲ ਕਰਦੇ ਨੇ। ਦੇਖੋ, ਉੱਥੇ ਸਣੇ ਪਰਿਵਾਰ ਲੋਕ ਪਹੁੰਚ ਰਹੇ ਨੇ। ਉਹ ਹਰ ਸਾਧਨ, ਭਾਵੇਂ ਟਰੈਕਟਰ ਹੈ, ਟਰਾਲੀ ਹੈ, ਮੋਟਰਸਾਈਕਲ ਹੈ, ਸਾਈਕਲ ਹੈ, ਇੱਥੋਂ ਤੱਕ ਹੈ ਸਿੱਧੂ ਸਾਹਿਬ ਪੈਦਲ ਦੁਨੀਆ ਉੱਥੇ ਪਹੁੰਚੀ ਹੋਈ ਹੈ। ਤੇ ਇਹ ਜਿਹੜਾ ਹੈਗਾ ਅੱਜ ਦੇ ਹਾਕਮਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਦੂਸ਼ਣ ਲਾਉਣ ਨਾਲ ਗੱਲ ਨਹੀਂ ਬਣਨੀ। ਇਹ ਹੁਣ ਜਨਤਾ ਜਾਗ ਚੁੱਕੀ ਹੈ। ਇਹ ਜਿਹੜੀ ਹੈ ਜਨਤਾ ਵਿੱਚ ਜਜ਼ਬਾ ਪੈਦਾ ਹੋ ਗਿਆ। ਉਹ ਨਹੀਂ ਚਾਹੁੰਦੇ ਕਿ ਜਿਹੜੀ ਇੱਕ ਮਿਹਨਤ ਕਸ਼ ਦੀ ਜਿਹੜੀ ਹੈਗੀ ਹੈ ਆਮਦਨ ਹੈ, ਉਹ ਮਲਕ ਭਾਗੋਆਂ ਦੇ ਹੱਥ ਆ ਜਾਵੇ। ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੀ ਡਾਕਟਰ ਸੋਹਤਾ, ਥੈਂਕ ਯੂ ਵੈਰੀ ਮਚ। ਬਿੰਦੂ ਜੀ, ਜਿਸ ਤਰ੍ਹਾਂ ਡਾਕਟਰ ਸੋਹਤਾ ਕਹਿ ਰਿਹਾ ਹੈ ਕਿ ਬਹੁਤ ਵੱਡਾ ਹੰਗਾਰਾ, ਮੈਂ ਤੁਹਾਡੇ ਸਵਾਲ ਦਾ ਜਵਾਬ ਲੈਣ ਤੋਂ ਪਹਿਲਾਂ ਜਿੱਦਾਂ ਡਾਕਟਰ ਸੋਹਤਾ ਨੇ ਕਿਹਾ, ਅੱਜ ਹੀ ਮੈਂ ਸੁਣ ਰਿਹਾ ਸੀਗਾ ਕਿ ਮੁਕਤਸਰ ਤੋਂ ਇੱਕ ਕਿਸਾਨ ਸਾਈਕਲ ਤੇ ਚੱਲਿਆ ਦਿੱਲੀ ਦੇ ਲਈ। ਤੁਸੀਂ ਦਿੱਲੀ ਦੇ ਟਿਕਰੀ ਬਾਰਡਰ ਤੇ ਬੈਠੇ ਹੋ, ਉੱਥੇ ਹਰ ਰੋਜ਼ ਜਿਹੜਾ ਹੈਗਾ
ਕਿਸਾਨਾਂ ਦੀਆਂ ਰੈਲੀਆਂ ਹੁੰਦੀਆਂ, ਮੀਟਿੰਗਾਂ ਹੁੰਦੀਆਂ, ਜਥਿਆਂ ਦੇ ਜਥੇ ਆ ਰਹੇ ਹੈ। ਜਿਹੜਾ ਇੰਨਾ ਵੱਡਾ ਹੰਗਾਰਾ ਉੱਥੇ, ਜਿਹਦੇ 'ਚ ਔਰਤਾਂ ਵੀ ਬਹੁਤ ਵੱਡੀ ਗਿਣਤੀ 'ਚ ਆ ਰਹੀਆਂ, ਇਸ ਹੰਗਾਰੇ ਨੂੰ ਕਿਵੇਂ ਦੇਖਦੇ ਆ ਕਿ ਪੰਜਾਬ ਦੇ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ ਜਿਹੜਾ ਹੰਗਾਰਾ ਦਿੱਤਾ, ਉਹ ਬਹੁਤ ਵੱਡਾ ਹੌਸਲਾ ਦੇ ਰਿਹਾ ਇਸ ਅੰਦੋਲਨ ਦੇ ਲਈ? ਜੀ ਬਿੰਦੂ ਜੀ। ਜਿਹੜੇ ਇਹ ਵੱਡੀ ਪੱਧਰ ਤੇ ਪੰਜਾਬ ਦੇ ਵਿੱਚੋਂ ਲੋਕ ਆ ਰਹੇ ਨੇ, ਕਿਸਾਨ ਆ ਰਹੇ ਨੇ, ਨੌਜਵਾਨ ਆ ਰਹੇ ਨੇ, ਔਰਤਾਂ ਆ ਰਹੀਆਂ ਨੇ, ਬੱਚੇ ਆ ਰਹੇ ਨੇ, ਇਹ ਜਿਹੜਾ ਪਿੱਛੇ 4 ਮਹੀਨਿਆਂ ਤੋਂ ਸੰਘਰਸ਼ ਚੱਲਦਾ ਰਿਹਾ, ਉਹਦੀ ਦੇਣ ਹੈ ਜੀ। ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਨੇ ਸ਼ਹਿਰਾਂ ਨੂੰ ਜਗਾਇਆ, ਪਿੰਡਾਂ 'ਚ ਧਰਨੇ ਲਾ ਕੇ ਸ਼ਹਿਰਾਂ ਦੇ ਪਿੰਡਾਂ ਦੇ ਲੋਕਾਂ ਨੂੰ ਜਗਾਇਆ। ਪਿੰਡਾਂ ਦੀਆਂ ਸੱਥਾਂ ਦੇ ਵਿੱਚ ਔਰਤਾਂ ਬੈਠੀਆਂ, ਨੌਜਵਾਨ ਬੈਠੇ ਆ, ਕਿਸਾਨ ਬੈਠੇ ਆ, ਕੁੱਲ ਭਾਈਚਾਰਾ ਬੈਠ ਕੇ 5 ਦਿਨ ਪਿੰਡਾਂ ਦੇ ਵਿੱਚ ਜਾਣੀ ਕਿ ਵੱਡੇ ਇਕੱਠ ਹੋਏ ਨੇ, ਤੇ ਉੱਥੇ ਸਾਡੀਆਂ ਕੁੜੀਆਂ ਬੋਲੀਆਂ, ਨੂੰਹਾਂ ਬੋਲੀਆਂ, ਧੀਆਂ ਬੋਲੀਆਂ, ਸਾਡੀਆਂ ਬਜ਼ੁਰਗ ਮਾਵਾਂ ਬੋਲੀਆਂ, ਸਾਡੇ ਨੌਜਵਾਨ ਮੁੰਡੇ ਬੋਲਿਆ। ਜਿਹੜਾ ਇਲਜ਼ਾਮ ਸੀ ਨੌਜਵਾਨ ਮੁੰਡੇ ਨਸ਼ਿਆਂ ਨੇ ਢਾਲੇ ਹੈਗੇ ਆ, ਉਹਨਾਂ ਨੇ ਨਸ਼ਿਆਂ ਦੀ ਕੁੱਕੀ ਲਾਹੀ ਹੈ, ਬਜ਼ੁਰਗ ਬਾਪੂਆਂ ਦੇ ਹੱਥਾਂ 'ਚੋਂ ਝੰਡੇ ਫੜੇ ਤੇ ਲਲਕਰਾ ਮਾਰਿਆ ਸਰਕਾਰ ਨੂੰ। ਤੇ ਉਸੇ ਤਰ੍ਹਾਂ ਹੀ ਮਾਈ ਭਾਗੋ ਦੀਆਂ ਵਾਰਸ, ਗਦਰੀ ਗੁਲਾਬ ਕੌਰ ਦੀਆਂ ਵਾਰਸ, ਝਾਂਸੀ ਦੀਆਂ ਵਾਰਸਾਂ ਨੇ ਵੀ ਆਪਣੇ ਪਿਓਾਂ ਦੇ ਨਾਲ, ਆਪਣੇ ਭਰਾਵਾਂ ਦੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਨੂੰ ਬਹੁਤ ਵੱਡਾ ਹਲਾਰਾ ਦਿੱਤਾ ਹੈ। ਇਹ ਸੰਘਰਸ਼ ਨੇ ਪਿੰਡਾਂ ਤੋਂ ਹੁੰਦਾ ਹੋਇਆ ਬਾਦਲ ਦੇ ਮਹਿਲ ਮੂਰੇ ਵੀ ਗਿਆ ਤੇ ਕੈਪਟਨ ਦੇ ਮੂਰੇ ਵੀ ਗਿਆ ਹੈਗਾ। ਉੱਥੇ 7 ਦਿਨ ਮੋਰਚਾ ਲੱਗਿਆ। ਵੱਡੀ ਪੱਧਰ ਤੇ ਪਿੰਡਾਂ ਦੀਆਂ ਅਨਪੜ੍ਹ ਬਜ਼ੁਰਗ ਔਰਤਾਂ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਇਹਨਾਂ ਦੀ ਤਾਂ ਗਿੱਚੀ ਪਿੱਛੇ ਮੱਤ ਹੈ, ਇਹ ਤਾਂ ਪੈਰ ਦੀ ਜੁੱਤੀ ਹੁੰਦੀਆਂ ਨੇ, ਇਹਨਾਂ ਨੂੰ ਤਾਂ ਚੱਜ ਨਹੀਂ ਹੁੰਦਾ, ਉਹਨਾਂ ਔਰਤਾਂ ਨੇ ਇਤਿਹਾਸ ਸਿਰਜਤਾ ਕਿ ਨਹੀਂ, ਅਸੀਂ ਪੈਰ ਦੀ ਜੁੱਤੀ ਵਾਲੀਆਂ ਔਰਤਾਂ ਨਹੀਂ, ਸਾਡੇ ਗਿੱਚੀ ਪਿੱਛੇ ਮੱਤ ਨਹੀਂ, ਅਸੀਂ ਬਰਾਬਰ ਦੇ ਮਰਦ ਦੇ ਬਰਾਬਰ ਹਾਂ, ਮਰਦ ਵਾਂਗ ਹਾਂ, ਪਰ ਸਾਨੂੰ ਇਸ ਸਮਾਜ ਨੇ, ਇਹਦੀਆਂ ਰਸਮਾਂ ਰਿਵਾਜਾਂ ਨੇ ਦਬਾ ਕੇ ਰੱਖਿਆ। ਅਸੀਂ ਔਰਤਾਂ ਦੂਰੀ ਗੁਲਾਮੀ ਦਾ ਸ਼ਿਕਾਰ ਹਾਂ, ਪਰ ਇਸ ਦੇ ਬਾਵਜੂਦ ਲੜਾਈ ਦੇ ਵਿੱਚ ਮਰਦਾਂ ਨਾਲੋਂ ਮੂਹਰੇ ਹਾਂ। ਉਹਨਾਂ ਨੇ ਪਿੰਡਾਂ ਤੋਂ ਸ਼ਹਿਰਾਂ ਨੂੰ ਆਪਦੇ ਕਲਾਵੇ 'ਚ ਲਿਆ, ਜਿੱਥੇ ਅਸੀਂ 2 ਥਾਈਂ ਮੋਰਚੇ ਲਾਏ। ਉਦੋਂ ਬਾਅਦ ਅਸੀਂ ਰੇਲਾਂ ਰੋਕੀਆਂ, ਪੈਟਰੋਲ ਪੰਪ ਰੋਕ ਕੇ ਕਾਰਪੋਰੇਟ ਘਰਾਣੇ, ਬਦੰਤਾ ਵਰਗੀਆਂ ਕੰਪਨੀਆਂ, ਅਡਾਨੀ ਵਾਨੀ, ਜਿਨ੍ਹਾਂ ਨੂੰ ਸਾਡੇ ਪਿੰਡਾਂ ਦੇ ਲੋਕ ਨਹੀਂ ਜਾਣਦੇ ਸੀ, ਹੁਣ ਸਾਡੇ ਪਿੰਡਾਂ ਦੇ ਲੋਕ ਅਡਾਨੀ ਵਾਨੀ ਮੋਦੀ ਦੇ ਛਿੱਤਰ ਮਾਰਦੇ ਨੇ, ਜੁੱਤੀਆਂ ਮਾਰਦੇ ਨੇ, ਉਹਨਾਂ ਦੇ ਗਲਾਂ 'ਚ ਜੁੱਤੀਆਂ ਦੇ ਹਾਰ ਪਾਏ ਹੋਏ ਆ। ਜਿਹੜੀਆਂ ਸਾਡੀਆਂ ਮਾਵਾਂ ਨੂੰ, ਬਜ਼ੁਰਗ ਦਾਦੀਆਂ ਨੂੰ ਇਹ ਨਹੀਂ ਸੀ ਪਤਾ ਆਰਡੀਨੈਂਸ ਕੀ ਹੁੰਦੇ ਆ, ਅੱਜ ਉਹ ਪੂਰੀ ਵਿਆਖਿਆ ਕਰਦੀਆਂ ਨੇ, ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀਆਂ ਕਿ ਇਹ ਸਾਡੇ ਲਈ ਕਿੰਨੇ ਘਾਤਕ ਨੇ। ਸਾਡੇ 2 ਸਾਲ ਦਾ ਬੱਚਾ, 2 ਸਾਲ ਦੀ ਬੱਚਿਆਂ ਤੋਂ ਲੈ ਕੇ ਬੁੱਢੇ, ਸਾਡੀਆਂ ਮਾਵਾਂ ਭੈਣਾਂ, ਸਭ ਇਹਨਾਂ ਬਾਰੇ ਜਾਣਕਾਰੀ ਹੈ। ਅਸੀਂ ਪੰਜਾਬ ਨੂੰ ਹਿਲਾਉਂਦੇ ਹੋਏ ਅਸੀਂ ਹਰਿਆਣੇ ਨੂੰ ਹਿਲਾਇਆ, ਰਾਜਸਥਾਨ ਨੂੰ ਹਿਲਾਇਆ, ਕੁੱਲ ਦੁਨੀਆ ਦੇ ਵਿੱਚ ਇਹ ਗੱਲ ਗਈ ਹੈ ਜੀ। ਇਹ ਜਿਹੜਾ ਸੰਘਰਸ਼ ਹੈ ਇੱਕ ਮੰਤਰੀ ਪੱਧਰ ਦਾ ਹੋ ਨਿਬੜਿਆ, ਇਹਨੂੰ ਸਾਰੇ ਪੱਖਾਂ ਤੋਂ ਸਪੋਰਟ ਮਿਲ ਰਹੀ ਹੈ। ਅੱਜ ਟਿੱਕਰੀ ਬਾਰਡਰ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਜੋ ਪੰਜਾਬ ਦੇ ਵਿੱਚ ਖੇਤੀ ਸੈਕਟਰ 'ਚ ਹਰੇ ਇਨਕਲਾਬ ਦੀ ਗੱਲ ਕੀਤੀ ਹੈ, ਮਹਿੰਗੇ ਬੀਜ, ਖਾਦਾਂ, ਰੇਹਾਂ ਸਪਰੇਹਾਂ ਨਾਲ ਝਾੜ ਜ਼ਰੂਰ ਵਧੇ, ਪਰ ਖੁਦਕਸ਼ੀਆਂ ਦੀ ਖੇਤੀ ਹੋਈ। ਉਸ ਖੁਦਕਸ਼ੀਆਂ ਦੀ ਖੇਤੀ ਨੇ ਸਾਡੀਆਂ ਮਾਵਾਂ ਤੇ ਭੈਣਾਂ ਦੇ ਸੁਹਾਗ ਖੋਏ, ਮਾਵਾਂ ਦੇ ਜਾਏ ਖੋਏ। ਅੱਜ ਉਹ ਆਪਣੇ ਮੋਢਿਆਂ ਤੇ ਆਪਣੇ ਪੁੱਤਾਂ ਦੀਆਂ, ਆਪਣੇ ਸੁਹਾਗ ਦੀਆਂ ਅਰਥੀਆਂ ਲੈ ਕੇ ਆਈਆਂ ਦਿੱਲੀ ਦੇ ਵਿੱਚ। ਜੀ ਬਿੰਦੂ ਜੀ, ਬਹੁਤ ਵੱਡਾ ਇਸ਼ੂ ਹੈ, ਬਹੁਤ ਵੱਡਾ ਇਸ਼ੂ ਹੈ। ਇਸ ਇਸ਼ੂ ਤੇ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਬਲਵੀਰ ਜੀ, ਇੱਕ ਸਵਾਲ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਵੀ ਲੈਣਾ ਚਾਹਾਂਗਾ ਕਿ ਜਿਸ ਤਰ੍ਹਾਂ ਬਿੰਦੂ ਜੀ ਨੇ ਕਿਹਾ, ਇੱਕ ਬਹੁਤ ਵੱਡੀ ਤਬਦੀਲੀ ਇਹ ਵੀ ਹੈ ਕਿ ਸਾਡੇ ਪਰਿਵਾਰਾਂ 'ਚ ਅਸੀਂ ਬਹੁਤ ਵੱਡੀ ਤਬਦੀਲੀ ਦੇਖ ਰਹੇ ਹਾਂ। ਅਸੀਂ ਅੱਗੇ ਗੱਲ ਕਰਦੇ ਸੀ ਬਜ਼ੁਰਗਾਂ ਦੀ, ਹੁਣ ਨੌਜਵਾਨ ਹੈ, ਸਾਡੀਆਂ ਧੀਆਂ, ਛੋਟੇ ਛੋਟੇ ਬੱਚੇ ਹੈ, ਉਹਨਾਂ ਦੀ ਸ਼ਮੂਲੀਅਤ ਲੱਗਦਾ ਹੈ ਕਿ ਬਹੁਤ ਵੱਡੀ ਤਬਦੀਲੀ ਪੰਜਾਬ ਦੇ ਅੰਦਰ, ਪਰਿਵਾਰਾਂ ਦੇ ਅੰਦਰ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਸੰਘਰਸ਼ ਨਾਲ ਜੁੜੇ ਹੈ। ਆਉਣ ਵਾਲੇ ਸਮੇਂ 'ਚ ਲੱਗਦਾ ਹੈ ਇਸ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਆਉਣਗੇ, ਜੋ ਇਹ ਪਰਿਵਾਰਾਂ ਦੀ ਸ਼ਮੂਲੀਅਤ ਇਹਨਾਂ ਸੰਘਰਸ਼ਾਂ ਨਾਲ ਜੁੜ ਰਹੀ ਹੈ। ਜੀ ਬਲਵੀਰ ਜੀ। ਬਿਲਕੁਲ ਸਰ, ਜਿਸ ਤਰ੍ਹਾਂ ਇਹ ਅੰਦੋਲਨ ਅੱਗੇ ਵਧ ਰਿਹਾ ਸਰ, ਬੱਚਾ ਇਹਦੇ ਵਿੱਚ ਖੁਦ ਰਿਹਾ ਸਰ। ਕਿਉਂਕਿ ਆਪਾਂ ਜੇ ਪਹਿਲਾਂ ਗੱਲ ਕਰਦੇ ਸੀ, ਅਸੀਂ ਅੱਜ ਤੋਂ 5-7 ਸਾਲ ਪਹਿਲਾਂ ਤਾਂ ਜਿਹੜੀਆਂ ਜਥੇਬੰਦੀਆਂ ਜਾਂ ਸਾਡੇ ਧਰਨਿਆਂ ਨੂੰ ਬਜ਼ੁਰਗਾਂ ਦਾ ਅੰਦੋਲਨ ਕਿਹਾ ਜਾਂਦਾ ਸੀ, ਬਜ਼ੁਰਗ ਹੀ ਆਉਂਦੇ ਨੇ, ਹੋਰ ਕੋਈ ਇਹਦੇ ਵਿੱਚ ਸ਼ਾਮਲ ਨਹੀਂ ਹੁੰਦਾ। ਪਰ ਜਿਉਂ-ਜਿਉਂ ਟਾਈਮ ਬਦਲਦਾ ਗਿਆ, ਜਿਉਂ-ਜਿਉਂ ਸਮਾਂ ਬਦਲਦਾ ਗਿਆ ਸਰ, ਇਹਦੇ ਵਿੱਚ ਨੌਜਵਾਨ, ਜਿਨ੍ਹਾਂ ਨੂੰ ਕਿ ਨਸ਼ਿਆਂ ਦਾ ਆਪਾਂ ਕਹਿੰਦੇ ਵੀ ਨਸ਼ਿਆਂ ਦੀ ਲੱਤ ਜਾਂ ਨਸ਼ਿਆਂ ਦੀ ਮਾਰ ਹੀ ਕਿਹਾ ਜਾਂਦਾ ਸੀ, ਉਹ ਕੁੱਦ ਗਏ। ਔਰਤਾਂ, ਬੱਚੇ ਸਭ ਇਹਦੇ ਅੰਦੋਲਨ ਦੇ ਵਿੱਚ ਕੁੱਦੇ ਹੋਏ ਨੇ। ਕਿਉਂਕਿ ਜਿਹੜੇ ਅੱਜ ਦੀ ਜਿਹੜੀ ਆਪਾਂ ਜਨਰੇਸ਼ਨ ਦੀ ਗੱਲ ਕਰ ਰਹੇ ਹਾਂ,
ਤਾਂ ਅੱਜ ਮੈਨੂੰ ਨਹੀਂ ਲੱਗਦਾ ਵੀ ਪਰਿਵਾਰ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੋਈ ਪਰਿਵਾਰ ਬਚਿਆ ਹੋ ਜਿਹੜਾ ਉੱਥੇ ਨਾ ਹਾਜ਼ਰੀ ਲਾ ਕੇ ਆਇਆ ਹੋਊਗਾ। ਹਰ ਇੱਕ ਦੀ ਇਹ ਤਮੰਨਾ ਹੈ ਸਰ ਜੀ, ਆਪਾਂ ਇੱਥੇ ਬੈਠੇ ਵੀ ਜਦੋਂ ਦੇਖ ਰਹੇ ਆ ਨੈਟਾਂ ਤੇ ਜਾਂ ਆਪਾਂ ਟੀਵੀ ਤੇ ਸੋਸ਼ਲ ਮੀਡੀਆ ਤੇ ਖਬਰਾਂ ਪੜ੍ਹ ਰਹੇ ਆ ਤਾਂ ਹਰੇਕ ਦੇ ਵਿੱਚ ਜੋਸ਼ ਆਉਂਦਾ ਵੀ ਕਿਉਂ ਨਾ ਮੈਂ ਦਿੱਲੀ ਚ ਹੁੰਦਾ। ਦਿੱਲੀ ਦੇ ਵਿੱਚ ਵਧਣਾ ਸਰ ਅੱਜ ਦਾ ਜਿਹੜਾ ਇਹ ਨਹੀਂ ਸਾਡੀ ਕਿਸੇ ਦੀ ਮਜਬੂਰੀ ਹੈ ਜਾਂ ਇਹ ਹੈ, ਹਰੇਕ ਨੂੰ ਇਹ ਹੈ ਵੀ ਮੈਂ ਉਸ ਦੇ ਅੰਦੋਲਨ ਦੇ ਵਿੱਚ ਹਿੱਸਾ ਬਣਾ, ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂ ਸਰ। ਇਹ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਹੈ ਸਰ ਸਾਡੀ, ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਮੁੱਦੇ ਨੇ, ਜਿਹੜੇ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਜਥੇਬੰਦੀਆਂ ਵੱਲੋਂ ਲੰਬੇ ਟਾਈਮ ਤੋਂ ਕੀਤੀ ਜਾ ਰਹੀ ਸੀ, ਉਹਨਾਂ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਜਾ ਰਿਹਾ ਹੈ। ਕੋਈ ਬਜ਼ੁਰਗ ਹੈ, ਕੋਈ ਬੱਚਾ ਹੈ, ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 70-80 ਸਾਲ ਦੇ ਬਜ਼ੁਰਗ ਸਭ ਨੂੰ ਅੱਜ ਅੰਦੋਲਨ ਦੇ ਮੁੱਦਿਆਂ ਦਾ ਪਤਾ ਲੱਗ ਚੁੱਕਿਆ ਹੈ। ਓਕੇ, ਥੈਂਕ ਯੂ ਵੈਰੀ ਮਚ ਡਾਕਟਰ ਸੋਤਾ। ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਮਿੰਟ ਤੁਹਾਡੇ ਤੋਂ ਵੀ ਲੈਣਾ ਚਾਹਾਂਗਾ। ਬਹੁਤ ਵੱਡੀ ਤਬਦੀਲੀ ਪਰਿਵਾਰਾਂ ਦੇ ਅੰਦਰ, ਤੁਸੀਂ ਦਾ ਵਿਦਿਅਕ ਖੇਤਰ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਅੱਗੇ ਆਪਾਂ ਕਾਲਜਾਂ 'ਚ ਸਕੂਲਾਂ 'ਚ ਪੜ੍ਹਾਉਂਦੇ ਰਹੇ ਹੋਵਾਂਗੇ ਕਿ ਕਿਸ ਤਰ੍ਹਾਂ ਪੀੜ੍ਹੀ ਨੂੰ ਬਦਲਣਾ ਚਾਹੀਦਾ ਹੈ। ਇੱਕ ਉਹ ਲਹਿਰ ਚੱਲ ਰਹੀ ਹੈ ਜਿਹੜੀ ਅਮਲੀ ਤੌਰ ਤੇ ਸਾਡੀ ਨਵੀਂ ਪੀੜ੍ਹੀ ਨੂੰ ਦੇ ਰਹੀ ਹੈ ਕਿ ਤੁਹਾਡੀ ਵਿਰਾਸਤ ਕੀ ਹੈ। ਸੰਖੇਪ ਵਿੱਚ ਮੈਂ ਕਮੈਂਟਸ ਲੈਣਾ ਚਾਹਾਂਗਾ ਕਿ ਕਿਵੇਂ ਤਬਦੀਲੀ ਆ ਰਹੀ ਹੈ ਇਸ ਲਹਿਰ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ 'ਚ। ਦੇਖੋ ਸਿੱਧੂ ਸਾਹਿਬ, ਜਿਹੜੀ ਇਹ ਤਬਦੀਲੀ ਹੈ ਨਾ, ਇਹ ਕੁਦਰਤ ਦਾ ਕਰਿਸ਼ਮਾ ਕਹੋ। ਜਿਹੜੇ ਬੱਚੇ ਬੱਚੀਆਂ ਉੱਥੇ ਜਾਣ ਨੂੰ ਉਤਾਵਲੇ ਨੇ, ਸੱਚਮੁੱਚ ਹੀ ਉਹ ਕਹਿੰਦੇ ਨੇ ਕਿ ਅਸੀਂ ਜਾਣਾ। ਜਿਸ ਤਰ੍ਹਾਂ ਕਿਸੇ ਤੀਰਥ ਸਥਾਨ ਤੇ ਜਾਣਾ ਹੋਵੇ, ਜਿਸ ਤਰ੍ਹਾਂ ਕਿਸੇ ਆਪਾਂ ਤੀਰਥ ਸਥਾਨ ਤੇ ਜਾ ਕੇ ਕਹਿੰਦੇ ਕਿ ਸਾਡਾ ਜੱਗ ਸੰਪੂਰਨ ਹੁੰਦਾ, ਹਰ ਬੱਚਾ ਹਰ ਨੌਜਵਾਨ ਜਾਣ ਲਈ ਤਤਪਰ ਹੈ ਔਰ ਉਹ ਮਾਪਿਆਂ ਤੋਂ ਅੱਗੇ ਜਾਣ ਨੂੰ ਤਿਆਰ ਨਹੀਂ। ਜੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਕੀ ਕਰੋਗੇ, ਕਹਿੰਦੇ ਨੇ ਕਿ ਜੇ ਸਾਡਾ 80 ਸਾਲ ਦਾ ਬਾਬਾ, ਸਾਡੀ 90 ਸਾਲ ਦੀ ਦਾਦੀਆਂ ਵਰਗੀ ਮਾਂ ਉਸ ਸਥਾਨ ਤੇ ਬਹਿ ਕੇ ਰੜੇ ਮੈਦਾਨ ਠੰਡੇ ਥਾਂ ਤੇ ਬੈਠ ਕੇ, ਦਰੀ ਤੇ ਬੈਠ ਕੇ ਸਾਰਾ ਦਿਨ ਸਿਲਕ ਦੇ ਨਾਲ ਚੜ੍ਹਦੀ ਕਲਾ ਵਿੱਚ। ਸਭ ਤੋਂ ਵੱਡੀ ਗੱਲ ਸਿੱਧੂ ਸਾਹਿਬ, ਜਿਹੜਾ ਵੀ ਉੱਥੇ ਬੈਠੇ ਨੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ, ਇੰਨੀ ਚੜ੍ਹਦੀ ਕਲਾ 'ਚ ਨੇ ਕਿ ਉਹ ਜਿਸ ਤਰ੍ਹਾਂ ਕਹਿੰਦੇ ਸੀ ਨਾ ਕਿ ਕਿਸੇ ਨੇ ਪੁੱਛਿਆ ਕਿਸੇ ਹਾਕਮ ਨੇ ਕਿ ਇਹ ਸਿੰਘ ਕੌਣ ਹੁੰਦੇ ਨੇ, ਉਹਨਾਂ ਨੇ ਕਿਹਾ ਕਿ ਜੀ ਇਹ ਘੋੜਿਆਂ ਤੇ ਸੌਂਦੇ ਨੇ, ਅੰਮ੍ਰਿਤਸਰ ਜਾ ਕੇ ਪਾਣੀ ਪੀਂਦੇ ਨੇ ਤੇ ਫਿਰ ਸਵੇਰ ਨੂੰ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਰਾਤ ਸੁੱਖ ਦੀ ਬੀਤੀ ਦਿਨ ਸੁੱਖ ਦਾ ਬਿਤਾਉਣਾ। ਸੋ ਉਹ ਜਿਹੜਾ ਇਤਿਹਾਸ ਹੈ ਉਹ ਸਾਡੇ ਪ੍ਰਤੱਖ ਰੂਪ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ। ਸੋ ਉਹਦੇ ਵਾਸਤੇ ਕੁਝ ਕਿਹਾ ਨਹੀਂ ਜਾ ਸਕਦਾ। ਮੈਂ ਤਾਂ ਕਹਿ ਰਹੀ ਹਾਂ ਕੋਈ ਕੁਦਰਤ ਦਾ ਕਰਿਸ਼ਮਾ, ਸੱਚੇ ਪਾਤਸ਼ਾਹ ਅਕਾਲ ਪੁਰਖ ਖੁਦ ਉੱਥੇ ਹਾਜ਼ਰ ਨਾਜ਼ਰ ਨੇ। ਜਿਹੜਾ ਇਹ ਜਜ਼ਬਾ, ਇਹ ਇੱਕ ਜਿਹੜਾ ਹੈਗਾ ਲਹਿਰ ਬਣ ਕੇ ਇੱਕ ਹੜ ਆ ਗਿਆ ਹੈਗਾ ਬੱਚੇ ਬੱਚੀਆਂ ਦਾ। ਜਿਹੜਾ ਨਹੀਂ ਗਿਆ ਉਹ ਕਹਿੰਦਾ ਜਾਇਓ ਜ਼ਰੂਰ, ਇਤਿਹਾਸ ਦਾ ਹਿੱਸਾ ਬਣਨਾ ਹੈ। ਕੱਲ ਨੂੰ ਤੁਸੀਂ ਕੀ ਜਵਾਬ ਦਿਓਗੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ? ਥੀਸ ਆਰ ਦ ਫੀਲਿੰਗਸ ਆਫ ਦ ਯੰਗ ਜਨਰੇਸ਼ਨ। ਬਿਲਕੁਲ ਡਾਕਟਰ ਸੋਤਾ, ਥੈਂਕ ਯੂ ਵੈਰੀ ਮਚ। ਇਸੇ ਮੁੱਦੇ ਤੇ ਆਪਾਂ ਆਵਾਂਗੇ ਵਾਪਸ ਛੋਟੀ ਜੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਆਪਾਂ ਚਰਚਾ ਕਰ ਰਹੇ ਹਾਂ ਕਿੱਦਾਂ ਪੰਜਾਬ ਅਤੇ ਦੇਸ਼ ਦਾ ਕਿਸਾਨ 3 ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਲਹਿਰ ਦੇ ਰੂਪ ਚ ਕੌਮੀ ਤੇ ਕੌਮਾਂਤਰੀ ਪੱਧਰ ਤੇ ਉੱਭਰਿਆ। ਔਰਤਾਂ ਦੀ ਇਸ ਲਹਿਰ ਦੇ ਵਿੱਚ ਕੀ ਭੂਮਿਕਾ ਹੈ, ਕੀ ਯੋਗਦਾਨ ਹੈ, ਇਹਨਾਂ ਮੁੱਦਿਆਂ ਤੇ ਸਾਡੇ ਨਾਲ 3 ਖਾਸ ਹਸਤੀਆਂ ਜੁੜੀਆਂ ਹੋਈਆਂ। ਆਪਾਂ ਉਹਨਾਂ ਨਾਲ ਲੈ ਰਹੇ ਹਾਂ ਸਵਾਲ। ਬਿੰਦੂ ਜੀ, ਜਿਸ ਮਾਮਲੇ ਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਔਰਤਾਂ ਦੀਆਂ ਮੁਸ਼ਕਲਾਂ ਬਾਰੇ ਗੱਲ ਕਰ ਰਹੇ ਸੀ, ਚਰਚਾ ਕਰ ਰਹੇ ਸੀ, ਇੱਕ ਬਹੁਤ ਵੱਡਾ ਸਵਾਲ ਹੈ, ਕਿਸਾਨ ਚਾਹੇ ਦੇਸ਼ ਦਾ ਜਾਂ ਪੰਜਾਬ ਦਾ ਹੈ, ਲਗਾਤਾਰ ਖੁਦਕਸ਼ੀਆਂ ਦਾ ਦੌਰ, ਖੁਦਕਸ਼ੀਆਂ ਕਰ ਰਹੇ ਹੈ। ਕਿਸਾਨੀ ਸੰਕਟ 'ਚ ਬਹੁਤ ਵੱਡੇ 'ਚ, ਤੇ ਜਦੋਂ ਕੋਈ ਕਿਸਾਨ ਖੁਦਕਸ਼ੀ ਕਰਦਾ ਹੈ ਤਾਂ ਸਭ ਤੋਂ ਵੱਡਾ ਵਿਪਤਾ ਦਾ ਜਿਹੜਾ ਹੈਗਾ ਪਹਾੜ ਹੈ ਉਹਦੀ ਬੀਵੀ ਤੇ, ਉਹਦੀ ਘਰਵਾਲੀ ਤੇ, ਉਹਦੇ ਬੱਚਿਆਂ ਤੇ ਟੁੱਟਦਾ ਹੈ। ਇਸ ਮਾਹੌਲ ਦੇ ਵਿੱਚ ਤੁਸੀਂ ਔਰਤ ਦੀ ਭੂਮਿਕਾ ਕਿ ਕਿਉਂ ਲੜਾਈ ਲੜਨੀ ਪੈ ਰਹੀ ਹੈ? ਔਰਤ ਨੂੰ ਪਤਾ ਹੈ ਜੇ ਪਤੀ ਖੁਦਕਸ਼ੀ ਕਰ ਜਾਏਗਾ ਤਾਂ ਕਿਵੇਂ ਜੂਝਣਾ ਪਏਗਾ ਸਮਾਜ ਦੇ ਨਾਲ, ਪਰਿਵਾਰ ਦੇ ਨਾਲ ਤੇ ਆਰਥਿਕ ਮੰਦਵਾੜੇ ਦੇ ਨਾਲ। ਮੇਰੀ ਜਾਣਕਾਰੀ ਦੇ ਮੁਤਾਬਕ ਬਹੁਤ ਵੱਡੀ ਗਿਣਤੀ 'ਚ ਉਹ ਔਰਤਾਂ ਵੀ ਦਿੱਲੀ ਦੇ ਸੰਘਰਸ਼ 'ਚ ਸ਼ਾਮਲ ਹੋ ਰਹੀਆਂ ਜਿਨ੍ਹਾਂ ਦੇ ਪਤੀ ਬਦਕਿਸਮਤੀ ਨਾਲ ਇਹੋ ਜਿਹੀਆਂ ਵਜ੍ਹਾ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹੈ। ਬਿੰਦੂ ਜੀ, ਜਿਹੜੀ ਇਹ ਲੜਾਈ ਹੈ, ਇਸ ਲੜਾਈ 'ਚ ਔਰਤਾਂ ਕਿਵੇਂ ਕੁੱਦ ਰਹੀਆਂ, ਕਿਵੇਂ ਦੇਖ ਰਹੀਆਂ ਕਿ ਜੇ ਨਹੀਂ ਲੜਾਂਗੀਆਂ ਤਾਂ ਕਿੱਦਾਂ ਘਰ ਬਰਬਾਦ ਹੋਣਗੇ? ਜੀ ਬਿੰਦੂ ਜੀ। ਇਹ ਖੁਦਕਸ਼ੀਆਂ ਦੇ ਜਿਹੜੇ ਖੁਦਕਸ਼ੀਆਂ ਨੂੰ ਜਿਵੇਂ ਔਰਤਾਂ ਤੇ ਬਿਪਤਾ ਦੇ ਵਾਂਗੂ ਦੇਖਦੇ ਹਾਂ ਜੀ ਅਸੀਂ, ਕਿ ਇਹਨਾਂ ਨਵੀਆਂ ਨੀਤੀਆਂ ਦੇ ਕਾਰਨ ਜਿੱਥੇ ਸਾਡੇ ਕਿਸਾਨਾਂ ਕੋਲੋਂ ਕਰਜ਼ਾ ਖੁੱਸਣ ਤੋਂ ਪਹਿਲਾਂ ਔਰਤ ਦੇ ਗਹਿਣੇ ਖੁੱਸਦੇ ਆ ਜੀ। ਸਭ ਤੋਂ ਪਹਿਲਾਂ ਮਾਰ ਔਰਤ ਤੇ ਪੈਂਦੀ ਹੈ ਕਿ ਪਹਿਲਾਂ ਉਹਦੇ ਗਹਿਣੇ ਖੁੱਸਦੇ ਆ, ਫਿਰ ਜਾ ਕੇ ਜ਼ਮੀਨ ਵਗੈਰਾ ਜਾਂਦੀ ਹੈ। ਸ਼ੁਰੂ ਤੋਂ ਹੀ ਇਹ ਔਰਤ ਤੇ ਇਹਦਾ ਬਾਰ ਆਉਂਦਾ ਹੈ। ਪਰ ਜਦੋਂ
ਕਮਾਊ ਬੰਦਾ ਘਰ ਦੇ ਵਿੱਚੋਂ ਚਲਾ ਜਾਂਦਾ ਹੈ। ਜਿਹੜੀ ਭੈਣ ਸਾਡੀ ਵਿਧਵਾ ਹੁੰਦੀ ਹੈ ਉਹਨੂੰ ਪਤਾ ਹੈ ਕਿ ਅੱਜ ਦੇ ਇਸ ਸਮਾਜ ਦੇ ਵਿੱਚ ਜਿੱਥੇ ਸਾਡੀਆਂ ਸਰਕਾਰਾਂ ਕੋਈ ਸਾਰ ਨਹੀਂ ਲੈਂਦੀਆਂ, ਇੱਕ ਤਾਂ ਉਹਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਜੀ, ਦੂਸਰਾ ਉਹਦੇ ਕੋਲੇ ਕਮਾਈ ਦਾ ਕੋਈ ਵਸੀਲਾ ਨਹੀਂ ਹੈਗਾ, ਕੋਈ ਜਾਇਦਾਦ ਨਹੀਂ ਹੈਗੀ ਜਿਹਦੇ ਸਿਰ ਤੇ ਉਹ ਆਪਣੇ ਬੱਚੇ ਪਾਲ ਸਕੇ, ਆਪਣਾ ਪਰਿਵਾਰ ਅੱਗੇ ਤੋਰ ਸਕੇ। ਤੇ ਇੱਥੋਂ ਦੀਆਂ ਸਰਕਾਰਾਂ ਦੇ ਵੱਲੋਂ ਉਹਦੇ ਨਾਲ ਜਿਹੇ ਜੀ ਹਾਲਾਤ ਇੱਥੋਂ ਦੇ ਹੈਗੇ ਆ ਜੀ, ਕੋਈ ਪੈਨਸ਼ਨ ਨਹੀਂ, ਕੋਈ ਰੁਜ਼ਗਾਰ ਨਹੀਂ ਹੈਗਾ। ਇਹ ਬਹੁਤ ਵੱਡੀ ਪੱਧਰ ਤੇ ਜਾਨੀ ਕਿ ਉਹਨੂੰ ਮਾਨਸਿਕ ਤੌਰ ਤੇ ਵੀ ਬਹੁਤ ਵੱਡੀ ਪੱਧਰ ਤੇ ਤਕਲੀਫ ਝੱਲਣੀ ਪੈਂਦੀ ਹੈ ਤੇ ਸਰੀਰਕ ਮਿਹਨਤ ਵੀ ਹੈ ਉਹ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਤੇ ਸਮਾਜ ਦੇ ਵਿੱਚ ਔਰਤ ਦਾ ਜਿਹੜਾ ਰੋਲ ਹੈ ਉਹ ਦਬਾ ਕੇ ਰੱਖਿਆ ਹੋਇਆ ਹੈ ਕਿ ਇਸ ਕਰਕੇ ਕਿ ਔਰਤ ਤੇ ਬਹੁਤ ਵੱਡੀ ਸੱਟ ਹੈ ਜਿਹੜੀ ਉਹ ਇਸ ਗੱਲ ਦੀ ਪੈਂਦੀ ਹੈ ਜੀ ਬਿੰਦੂ ਜੀ, ਔਰਤਾਂ ਨੂੰ ਬਹੁਤ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਜੇ 3 ਨਵੇਂ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹੈ ਤਾਂ ਇਹ ਖੁਦਕਸ਼ੀਆਂ ਤੇ ਬੰਦਵਾੜੇ ਦਾ ਦੌਰ ਹੋਰ ਜ਼ਿਆਦਾ ਵਧੇਗਾ, ਪਰਿਵਾਰਾਂ ਦੀ ਹੋਰ ਇਦਾਂ ਦੀ ਬੇਕਦਰੀ ਹੋਏਗੀ, ਉਜਾੜੇ ਹੋਣਗੇ ਪਰਿਵਾਰਾਂ ਦੇ, ਜਿਸ ਕਰਕੇ ਔਰਤਾਂ ਇਸ ਸੰਘਰਸ਼ ਦੇ ਵਿੱਚ ਕੁੱਦੀਆਂ। ਲੱਗਦਾ ਕਿ ਨਵੇਂ ਖੇਤੀ ਕਾਨੂੰਨ ਹੋਰ ਵਿਪਤਾ ਲੈ ਕੇ ਆ ਰਹੇ ਹੈ। ਹਾਂਜੀ ਸਰ, ਇਹ ਜਿਹੜੇ ਨਵੇਂ ਖੇਤੀ ਕਾਨੂੰਨ ਹੈ ਜੀ ਇਹ ਬਹੁਤ ਵੱਡੀ ਵਿਪਤਾ ਲੈ ਕੇ ਆ ਰਹੇ ਹੈ। ਇਕੱਲੇ ਔਰਤਾਂ ਲਈ ਨਹੀਂ, ਕੁੱਲ ਮੁਲਕ ਦੇ ਲੋਕਾਂ ਲਈ ਲਕਾਈ ਦਾ ਮਾਮਲਾ ਹੈ, ਉਸ ਦਾ ਅਸਰ ਔਰਤਾਂ ਤੇ ਵੱਧ ਹੋਣਾ ਜੀ। ਇਹ ਕੁੱਲ ਤਬਕੇ ਤੇ ਭਾਰੂ ਪੈਣੇ ਨੇ, ਕੁੱਲ ਤਬਕੇ ਨੂੰ ਇਹਨੇ ਆਪਦੇ ਝੰਜੋੜੇ ਚ ਲੈਣਾ, ਚਾਹੇ ਉਹ ਮੁਲਾਜ਼ਮ ਵਰਗ ਹੈ, ਮਜ਼ਦੂਰ ਵਰਗ ਹੈ, ਕਾਰੋਬਾਰੀ ਵਰਗ ਹੈ, ਵਪਾਰੀ ਵਰਗ ਹੈ, ਆੜਤੀਆ ਵਰਗ ਹੈ, ਕੋਈ ਵੀ ਵਰਗ ਹੈ ਜਿਹੜਾ ਉਹ ਇਹਦੇ ਚੋਂ ਬਚਣਾ ਨਹੀਂ ਹੈਗਾ। ਤੇ ਖਾਸ ਕਰਕੇ ਜਿਹੜੀ ਔਰਤ ਦੀ ਇਸ ਸਮਾਜ ਦੇ ਵਿੱਚ ਹੋਂਦ ਹੈ ਜੀ ਉਹਦੇ ਨਾਲ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਜੀ। ਆਪਣੇ ਤਾਂ ਇੱਥੇ ਜੇ ਔਰਤ ਦਾ ਰਿਸ਼ਤਾ ਵੀ ਦੇਖਣਾ ਹੋਵੇ, ਕਿਸੇ ਕੁੜੀ ਦਾ ਰਿਸ਼ਤਾ ਵੀ ਤੈਅ ਕਰਨਾ ਹੋਵੇ ਤਾਂ ਮਾਂ ਪਿਓ ਪਹਿਲਾਂ ਜ਼ਮੀਨ ਪੁੱਛਦਾ ਹੈ, ਉਸ ਤੋਂ ਬਾਅਦ ਉਹ ਤੈਅ ਕੀਤਾ ਜਾਂਦਾ ਹੈਗਾ। ਜਦੋਂ ਇਹ ਮੰਡੀ ਬੋਰਡ ਦਾ ਕਾਨੂੰਨ ਲਾਗੂ ਹੋਣਾ ਹੈ ਜਿੱਥੇ ਸਾਡੀਆਂ ਧੀਆਂ ਤੇ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਰੋਲਣੀਆਂ ਨੇ, ਪ੍ਰਾਈਵੇਟ ਮੰਡੀ ਬਰਾਬਰ ਆਉਣੀ ਹੈ, ਆੜਤੀਆਂ ਨੇ, ਵਪਾਰੀਆਂ ਨੇ ਕੋਡੀਆਂ ਦੇ ਭਾਅ ਸਾਡੀ ਫਸਲ ਖਰੀਦਣੀ ਹੈਗੀ ਹੈ। ਜਿਵੇਂ ਬਿਹਾਪੀ ਦੇ ਵਿੱਚ ਜਿਹੜੇ ਉੱਥੋਂ ਆ ਕੇ ਸਾਡੇ ਖੇਤਾਂ ਪੂਰੀ ਦਿਹਾੜੀ ਕਰਦੇ ਨੇ, ਉਸ ਤਰ੍ਹਾਂ ਨਾਲ ਸਾਡੇ ਪੰਜਾਬ ਦੇ ਕਿਸਾਨਾਂ ਦਾ ਵੀ ਇਹ ਹਾਲ ਹੋਣਾ ਹੈ। ਤੇ ਜਦੋਂ ਜ਼ਮੀਨ ਨਾ ਰਹੀ, ਜਿਹੜੇ ਬੇਜ਼ਮੀਨੇ ਪਰਿਵਾਰ ਨੇ, ਮਜ਼ਦੂਰ ਪਰਿਵਾਰ ਹੈ, ਉਹਨਾਂ ਦੀਆਂ ਔਰਤਾਂ ਨਾਲ ਅਸੀਂ ਦੇਖਦੇ ਹਾਂ ਕਿ ਕਿੰਨੇ ਜ਼ਬਰ ਹੁੰਦੇ ਨੇ, ਧੱਕੇ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਕਿੰਨੀਆਂ ਗੰਦੀਆਂ ਗਾਲਾਂ ਸਹਿਣੀਆਂ ਪੈਂਦੀਆਂ ਉਹਨਾਂ ਨੂੰ ਤਾਰ ਕਰਦਾ ਹੈ ਸਮਾਜ। ਤੇ ਜਦੋਂ ਸਾਡੇ ਕੋਲੋਂ ਇਹ ਜ਼ਮੀਨ ਨਾ ਰਹੀ, ਮੰਡੀ ਬੋਰਡ ਨਾ ਰਿਹਾ, ਫਸਲਾਂ ਨਾ ਰਹੀਆਂ, ਫਿਰ ਸਾਡੀ ਜਿਹੜੀ ਹਾਲਤ ਹੈ, ਜਿਵੇਂ ਅੱਜ ਅਸੀਂ ਆਪਦੇ ਘਰ 'ਚ ਇੱਕ ਮਾਣ ਨਾਲ ਰਹਿ ਰਹੇ ਹਾਂ, ਆਪਦਾ ਕਾਰੋਬਾਰ ਘਰ ਦੇ ਵਿੱਚ, ਫਿਰ ਸਾਡੀ ਇਹ ਹਾਲਤ ਨਹੀਂ ਰਹਿਣੀ ਜੀ, ਇਹ ਤੋਂ ਮਾੜੀ ਹਾਲਤ ਹੋਣੀ ਹੈਗੀ ਹੈ ਜੀ। ਥੈਂਕ ਯੂ ਬਿੰਦੂ ਜੀ। ਬਲਵੀਰ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਦੇਸ਼ ਦਾ ਕਿਸਾਨ, ਪੰਜਾਬ ਦਾ ਕਿਸਾਨ ਲੜ ਰਿਹਾ ਹੈ, ਔਰਤਾਂ ਵੀ ਕੰਧੇ ਨਾਲ ਕੰਧਾ ਮਿਲਾ ਕੇ ਖੜੀਆਂ। ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ, ਅਕਸਰ ਮੀਡੀਆ ਦੇ ਅੰਦਰ ਪੁੱਛਿਆ ਜਾਂਦਾ ਹੈ ਕਿ ਜੀ ਔਰਤਾਂ ਉਂਝੀ ਮਰਦਾਂ ਦੇ ਕਹਿਣ ਤੇ ਘਰਾਂ ਤੋਂ ਉੱਠ ਕੇ ਅੰਦੋਲਨ ਦੇ 'ਚ ਆ ਜਾਂਦੀਆਂ। ਕੀ ਤੁਹਾਨੂੰ ਲੱਗਦਾ ਹੈ ਕਿ 3 ਜਿਹੜੇ ਨਵੇਂ ਖੇਤੀ ਕਾਨੂੰਨ ਹੈ ਉਹ ਕਿੰਨੇ ਖਤਰਨਾਕ ਹੈ, ਕਿਉਂ ਰੱਦ ਹੋਣੇ ਚਾਹੀਦੇ ਹੈ? ਇਹਦੇ ਬਾਰੇ ਔਰਤਾਂ ਨੂੰ ਸਮਝ ਹੈ ਜਿਹੜੀਆਂ ਅੰਦੋਲਨ 'ਚ ਲਹਿਰ 'ਚ ਆ ਰਹੀਆਂ? ਜੀ ਬਲਵੀਰ ਜੀ। ਬਿਲਕੁਲ ਸਰ, ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਵੀ ਜਿਹੜੇ ਮੀਡੀਆ ਵਾਲੇ ਕਹਿੰਦੇ ਨੇ ਵੀ ਔਰਤਾਂ ਜਿਹੜੀਆਂ ਮਰਦਾਂ ਦੇ ਮਗਰ ਆ ਗਈਆਂ ਜਾਂ ਇਹਨਾਂ ਨੂੰ ਨੌਲੇਜ ਨਹੀਂ ਹੈਗੀ। ਸਰ ਜੇ ਉੱਥੇ ਜਾ ਕੇ ਜਿਹੜੀਆਂ ਔਰਤਾਂ ਬੈਠੀਆਂ ਹੋਈਆਂ ਨੇ, ਆਪਾਂ ਬਿੰਦੂ ਜੀ ਵੀ ਬੈਠੇ ਨੇ, ਮੈਂ ਬੈਠੀ ਹਾਂ, ਤਾਂ ਜਦੋਂ ਆਪਾਂ ਔਰਤਾਂ ਨੂੰ ਇਹ ਕੁਐਸਚਨ ਪੁੱਛਦੇ ਹਾਂ ਵੀ ਤੁਸੀਂ ਕਿਉਂ ਆਈਆਂ, ਤਾਂ ਉਹਨਾਂ ਨੂੰ ਇੱਕ ਗੱਲ ਦਾ ਪਤਾ ਅੱਜ ਕੱਲ੍ਹ ਵੀ ਜਿਹੜੇ ਕਾਨੂੰਨ ਨੇ ਸਾਨੂੰ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣੇ ਨੇ ਸਰ, ਕਿਉਂਕਿ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਸਾਡੀਆਂ ਜ਼ਮੀਨਾਂ ਦੀਆਂ ਵੱਟਾਂ ਕਿੱਥੋਂ ਤੋਂ ਕਿੱਥੋਂ ਤੱਕ ਸੀਗੀਆਂ। ਤਾਂ ਸਾਡੇ ਕੋਲ ਜਿਹੜੇ ਦਿਹਾੜੀ ਤੋਂ ਬਗੈਰ ਕੋਈ ਕੰਮ ਨਹੀਂ, ਤੇ ਦਿਹਾੜੀ ਸਾਨੂੰ ਕਰਨੀ ਨਹੀਂ ਆਉਣੀ ਸਰ, ਕਿਉਂਕਿ ਜੇ ਅਸੀਂ ਯੂਪੀ ਬਿਹਾਰ ਦੇ ਜਿਹੜੀ ਮਜ਼ਦੂਰ ਆਉਂਦੀ ਹੈ, ਲੇਬਰ ਆਉਂਦੀ ਹੈ, ਜਾਂ ਆਪਣੇ ਪਿੰਡਾਂ ਦੀ ਲੇਬਰ ਹੈ, ਇਹਦੀ ਹਾਲਾਤ ਅੱਜ ਵੀ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਇਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ, ਕਿਉਂਕਿ ਜਿਉਂ-ਜਿਉਂ ਮਸ਼ੀਨਰੀ ਯੁੱਗ ਪ੍ਰਾਈਵੇਟੀਕਰਨ ਆ ਰਿਹਾ ਸਰ, ਉਦਯੋਗਪਤੀ ਵੱਡੇ ਵੱਡੇ ਕਾਰਖਾਨੇ ਲਗਾ ਰਹੇ ਨੇ, ਵੱਡੇ ਵੱਡੇ ਉਦਯੋਗ ਸ਼ੁਰੂ ਹੋ ਰਹੇ ਨੇ, ਤਾਂ ਜਿਹੜੀ ਮਸ਼ੀਨਰੀ ਨੇ ਯੁੱਗ ਲੈ ਲਿਆ ਸਰ। ਜਿਹੜੀ ਹੱਥ ਦੀ ਮਿਹਨਤ ਸੀ, ਜਿਹੜਾ ਮਜ਼ਦੂਰ ਆਪਦੇ ਹੱਥ ਦੀ ਕਮਾ ਕੇ ਖਾਂਦਾ ਸੀ ਸਰ, ਉਹ ਹੱਥੀ ਮਿਹਨਤ ਖੁੱਸ ਚੁੱਕੀ ਹੈ। ਤਾਂ ਜਿਹੜੀਆਂ ਔਰਤਾਂ ਨੇ ਵੀ ਇਸ ਗੱਲ ਦੀ ਸਾਰੀ ਉਹਨਾਂ ਨੂੰ ਨੌਲੇਜ ਹੈ ਵੀ ਜੇ ਕਾਨੂੰਨ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਆਉਣ ਵਾਲਾ ਟਾਈਮ ਹੈ ਜਿਹੜਾ ਉਹਨਾਂ ਦੇ ਬੱਚਿਆਂ ਦੇ ਲਈ, ਉਹਨਾਂ ਦੇ ਲਈ, ਕਿਉਂਕਿ ਜਿਹੜੀ ਜ਼ਮੀਨਾਂ ਦੇ ਨਾਲ ਦੁਨੀਆ ਦੇ ਵਿੱਚ ਪੰਜਾਬ ਦੇ ਲੋਕ ਜਾਂ ਹਰਿਆਣੇ ਦੇ ਲੋਕ, ਸਾਰੇ ਸੂਬਿਆਂ ਦੇ ਲੋਕ ਸਰਦਾਰੀ ਕਰਦੇ ਸੀ ਜ਼ਮੀਨਾਂ ਦੇ ਸਿਰ ਤੇ, ਉਹ ਸਰਦਾਰੀ ਖੁੱਸ ਜਾਣੀਆਂ ਸੀ, ਨਾਮ ਤੇ ਸਰਦਾਰ ਰਹਿ ਜਾਣਾ ਸਰ, ਕਿਉਂਕਿ ਸਾਡੇ ਹਾਲਾਤ ਇੰਨੇ ਮਾੜੇ ਹੋ ਜਾਣੇ ਆ ਕਿ ਸਾਡੇ ਕੋਲੇ ਨਾ ਖੁਦਕੁਸ਼ੀ ਦਾ ਰਾਹ ਲੈਣਾ, ਨਾ ਕੰਮ ਕਰਨ ਨੂੰ ਮਿਲਣਾ ਸਰ, ਨਾ ਰੋਟੀ ਮਿਲਣੀ ਹੈ,
ਤਾਂ ਸਾਡੀ ਜਿਹੜੀ ਹਾਲਾਤ ਹੈ ਇੰਨੇ ਬੇਕਾਰ ਹੋ ਜਾਣੇ ਆ ਕਿ ਜਿਹੜੇ ਸੋਚ ਕੇ ਹੀ ਸਾਨੂੰ ਹੁਣ ਇੱਕ ਇੰਨੀ ਕੰਬਣੀ ਛਿੜਦੀ ਹੈ। ਤਾਂ ਜਿਹੜੀਆਂ ਔਰਤਾਂ ਨੇ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਕੁੱਦੀਆਂ ਹੋਈਆਂ, ਉਹ ਕਿਸੇ ਮਰਦ ਦੇ ਕਹਿਣ ਤੇ ਨਹੀਂ, ਉਹ ਆਪਣੀ ਸੋਚ ਨਾਲ, ਆਪਣੀ ਸਮਝ ਨਾਲ ਵੀ ਇਹਨਾਂ ਕਾਨੂੰਨਾਂ ਨੇ ਸਾਨੂੰ ਕਿੱਥੇ ਢਾਹ ਲਾਉਣੀ ਹੈ, ਉਸ ਨੂੰ ਲੈ ਕੇ ਉਹ ਇਸ ਅੰਦੋਲਨ ਦੇ ਵਿੱਚ ਆਪਣੀ ਲੜਾਈ ਲੜ ਰਹੀਆਂ ਨੇ, ਆਪਣੀ ਜ਼ਮੀਰ ਦੀ ਲੜਾਈ ਲੜ ਰਹੀਆਂ ਨੇ, ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਨੇ ਸਰ। ਜੀ ਬਲਵੀਰ ਜੀ, ਜਿੱਦਾਂ ਕਹਿ ਰਿਹਾ ਕਿ ਔਰਤਾਂ ਕਿਸੇ ਮਰਦ ਦੇ ਕਹਿਣ ਤੇ ਨਹੀਂ ਆਪਣੀ ਜ਼ਮੀਰ ਦੀ ਲੜਾਈ ਲੜ ਰਹੀਆਂ ਹੈ। ਮਾਂ ਪਿਓ ਨੂੰ ਸਭ ਨੂੰ ਬੱਚੇ ਪਿਆਰੇ ਹੁੰਦੇ ਆ, ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜੀ ਮਾਂ ਆ ਉਹਨੂੰ ਬੱਚੇ ਸਭ ਤੋਂ ਵੱਧ ਪਿਆਰੇ ਹੁੰਦੇ ਆ। ਜਦੋਂ ਪੰਜਾਬ ਦੇ ਬੱਚੇ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਰੁਜ਼ਗਾਰ ਦੀ ਭਾਲ ਦੇ ਲਈ ਉਡਾਰੀਆਂ ਮਾਰਦੇ ਆ, ਜ਼ਮੀਨਾਂ ਗਹਿਣੇ ਰੱਖਦੇ ਆ, ਤਾਂ ਉਦੋਂ ਮਾਂ ਦਾ ਹਿਰਦਾ ਵਿਲੁੰਦ ਰਿਹਾ, ਮਾਂ ਦਾ ਹਿਰਦਾ ਹੀ ਜਾਣਦਾ ਕਿ ਕਿੰਨੀ ਤਕਲੀਫ ਹੁੰਦੀ ਹੋਏਗੀ। ਤੇ ਹੁਣ ਤੁਹਾਨੂੰ ਲੱਗਦਾ ਜੇ ਜ਼ਮੀਨ ਹੀ ਨਾ ਰਹੀ ਤਾਂ ਉਹ ਖਾਬ ਵੀ, ਸੁਪਨੇ ਵੀ ਖਤਮ ਹੋ ਜਾਣਗੇ, ਬਾਹਰ ਵੀ ਨਹੀਂ ਜਾ ਸਕੇਗਾ ਕੋਈ। ਬਿਲਕੁਲ ਬਿਲਕੁਲ ਸਰ, ਸਾਡੇ ਦੇਸ਼ ਦੀ ਜਿਹੜੀ ਆਪਾਂ ਕਹਿੰਦੇ ਰੁਜ਼ਗਾਰ ਦੇ ਮੌਕੇ, ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰ ਫਿਰ ਰਹੇ ਨੇ ਸਰ, ਇੱਕ ਚਪੜਾਸੀ ਦੀ ਕੋਈ ਪੋਸਟ ਨਿਕਲਦੀ ਹੈ ਤਾਂ ਲੱਖਾਂ ਨੌਜਵਾਨ ਜਿਹੜੇ ਇੰਨੀਆਂ ਡਿਗਰੀਆਂ ਚੁੱਕੀ ਫਿਰਦੇ ਨੇ ਉਹ ਲਾਈਨ 'ਚ ਲੱਗ ਜਾਂਦੇ ਨੇ, ਕਿਉਂਕਿ ਰੁਜ਼ਗਾਰ ਕੋਈ ਹੈ ਨਹੀਂ ਸਰ। ਆਪਣਾ ਉਦਯੋਗ, ਆਪਣਾ ਰੁਜ਼ਗਾਰ ਸ਼ੁਰੂ ਕਰਨ ਦੀ ਲੱਖਾਂ ਕਰੋੜਾਂ ਰੁਪਏ ਉਹ ਕਿਸੇ ਆਮ ਬੰਦੇ ਕੋਲ ਹੈ ਨਹੀਂ ਸਰ, ਕਿਉਂਕਿ ਸਾਰੇ ਹੀ ਮੱਧ ਵਰਗ ਫੈਮਲੀਆਂ ਨਾਲ ਸੰਬੰਧ ਰੱਖਦੇ ਨੇ। ਤਾਂ ਸਰ ਸਾਡੇ ਕੋਲ ਜਿਹੜਾ ਇੱਕੋ ਸਹਾਰਾ ਬਚਦਾ ਸੀ ਵੀ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਭੇਜਦੇ ਸੀ, ਕੁੜੀਆਂ ਨੂੰ ਭੇਜਦੇ ਸੀ, ਮੁੰਡਿਆਂ ਨੂੰ ਭੇਜਦੇ ਸੀ ਵੀ ਸ਼ਾਇਦ ਉਹ ਉੱਥੇ ਸੈੱਟ ਹੋ ਜਾਣਗੇ ਤੇ ਸਾਡੀ ਜਿਹੜੀ ਘਰ ਦੀ ਗੁਰਬਤ ਹੈ, ਗਰੀਬੀ ਹੈ, ਉਹਨੂੰ ਦੂਰ ਕਰਨ ਵਿੱਚ ਮਦਦ ਕਰਨਗੇ ਸਰ। ਪਰ ਜਦੋਂ ਸਾਰੇ ਨਵੇਂ ਕਾਨੂੰਨ ਲਾਗੂ ਹੋ ਗਏ ਤਾਂ ਜਿਹੜੀ ਜ਼ਮੀਨ ਹੀ ਨਹੀਂ ਰਹੀ, ਤਾਂ ਫਿਰ ਅਸੀਂ ਕਾਹਦੇ ਸਿਰ ਤੇ ਸਰ ਬਾਹਰ ਭੇਜਾਂਗੇ, ਕਿਵੇਂ ਭੇਜਾਂਗੇ? ਕਿਉਂਕਿ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਸਰ ਹੋ ਰਹੇਗਾ। ਜੱਟ ਦੇ ਕੋਲ ਜਾਂ ਜ਼ਮੀਨ, ਆਪਾਂ ਕਹਿੰਦੇ ਕਿਸਾਨ ਦੇ ਕੋਲ ਇੱਕ ਜ਼ਮੀਨ ਆਖਰੀ ਸਹਾਰਾ ਹੁੰਦੀ ਹੈ ਸਰ, ਵੀ ਜਿਹਨੂੰ ਅਸੀਂ ਗਹਿਣੇ ਵੀ ਰੱਖ ਲੈਂਦੇ ਆ ਸਰ, ਲੋਨ ਵੀ ਚੱਕ ਲੈਂਦੇ ਆ ਤੇ ਉਹਦੇ ਸਿਰ ਤੇ ਅਸੀਂ ਜਦੋਂ ਸਰ ਆਪਦੀ 1 ਇੰਚ ਜ਼ਮੀਨ ਛੱਡਣ ਪਿੱਛੇ ਅਸੀਂ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇੱਕ ਦੂਜੇ ਨੂੰ ਖਿੱਚ ਲੈਂਦੇ ਆ ਸਰ, ਕਿਉਂਕਿ ਅਸੀਂ ਜ਼ਮੀਨ ਦਾ ਟੋਟਾ ਨਹੀਂ ਛੱਡ ਸਕਦੇ। ਤਾਂ ਫਿਰ ਇਹ ਜ਼ਮੀਨਾਂ ਸਾਡੀਆਂ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਤਿਆਰੀ ਸਰਕਾਰ ਕਰੀ ਜਾ ਰਹੀ ਹੈ ਸਰ, ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਤਾਂ ਇਹ ਗੱਲ ਜਿਹੜੀ ਔਰਤਾਂ ਨੂੰ ਬਹੁਤ ਖੜਕਦੀ ਹੈ ਸਰ। ਇਸੇ ਗੱਲ ਨੂੰ ਲਾ ਕੇ ਜਿਹੜੀਆਂ ਔਰਤਾਂ ਨੇ ਅੱਜ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਉੱਥੇ ਰੜੇ ਮੈਦਾਨਾਂ ਦੇ ਵਿੱਚ ਬੈਠੀਆਂ ਨੇ, ਜਿੱਥੇ ਨਾ ਕੋਈ ਨਹਾਉਣ ਦੀ ਸਹੂਲਤ ਹੈ, ਨਾ ਬੈਠਣ ਦੀ ਸਹੂਲਤ ਹੈ, ਪਰ ਫਿਰ ਵੀ ਆਪਣੇ ਭਰਾਵਾਂ ਨਾਲ, ਆਪਣੇ ਪੁੱਤਾਂ ਦੇ ਨਾਲ ਇਸ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਨੇ ਤੇ ਚੜ੍ਹਦੀ ਕਲਾ ਵਿੱਚ ਨੇ ਤੇ ਪਿਛਲੀਆਂ ਰਹਿ ਰਹੀਆਂ ਔਰਤਾਂ ਨੂੰ ਸੁਨੇਹਾ ਦੇ ਰਹੀਆਂ ਨੇ ਵੀ ਆਓ ਇਸ ਲੜਾਈ ਦਾ ਹਿੱਸਾ ਬਣੋ। ਜੀ ਡਾਕਟਰ ਸਹੋਤਾ, ਜਿੱਦਾਂ ਬਲਵੀਰ ਜੀ ਦੇ ਕਮੈਂਟਸ ਤੁਸੀਂ ਸੁਣੇ ਆ ਜੀ, ਕਾਫੀ ਗਿਣਤੀ 'ਚ ਅਜਿਹੀਆਂ ਔਰਤਾਂ ਵੀ ਦਿੱਲੀ ਦੇ, ਚਾਹੇ ਟਿਕਰੀ ਬਾਰਡਰ ਦੀ ਗੱਲ ਕਰ ਲਈਏ, ਚਾਹੇ ਦੂਜੇ ਬਾਰਡਰਾਂ ਦੀ ਗੱਲ ਕਰ ਲਈਏ, ਉੱਥੇ ਬੈਠੀਆਂ। ਉਹ ਹੈ ਜਿਨ੍ਹਾਂ ਦੇ ਪਰਿਵਾਰ ਕਾਫੀ ਗਿਣਤੀ 'ਚ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆਏ, ਪੰਜਾਬ 'ਚ ਆ ਕੇ ਵਸੇ, ਹਰਿਆਣੇ 'ਚ ਆ ਕੇ ਵਸੇ। ਤੇ ਹੁਣ ਜਦੋਂ ਜ਼ਮੀਨਾਂ ਪੁੱਛਣ ਦੀ ਗੱਲ ਹੋ ਰਹੀ ਹੈ, ਉਹਨੂੰ ਲੱਗਦਾ ਕਿ ਨਵੇਂ ਸਿਰੇ ਤੋਂ ਤੀਜੀ ਵਾਰੀ ਸਾਡਾ ਉਜਾੜਾ ਕਿਵੇਂ ਹੋਵੇਗਾ। ਇਹ ਵੀ ਕਿਤੇ ਇੱਕ ਬਹੁਤ ਵੱਡਾ ਖਦਸ਼ਾ ਹੈਗਾ ਇਹਨਾਂ ਪਰਿਵਾਰਾਂ ਦੇ ਅੰਦਰ ਕਿ ਅਸੀਂ ਫੇਰ ਉਜੜਾਂਗੇ ਤਾਂ ਫਿਰ ਸਾਡਾ ਬਚੇਗਾ ਕੀ। ਬਿਲਕੁਲ ਠੀਕ ਹੈ ਜੀ। ਦੇਖੋ ਸਿੱਧੂ ਸਾਹਿਬ, ਉਹਨਾਂ ਨੂੰ ਬੜਾ ਕੰਨ ਤੇ ਲਿਖਿਆ ਪੜਿਆ ਜਾ ਰਿਹਾ ਹੈ ਕਿ ਅਗਰ ਜਿਹੜੀ ਜ਼ਮੀਨ ਹੈ ਉਹ ਆਦਮੀ ਦੀ ਕਹਿ ਲਓ ਵੀ ਇੱਕ ਇੱਜ਼ਤ ਹੁੰਦੀ ਹੈ, ਉਹਨੂੰ ਸਹਾਰਾ ਹੁੰਦਾ ਹੈ, ਉਹਨੂੰ ਉਹਦੇ ਤੇ ਭਰੋਸਾ ਹੁੰਦਾ ਕਿ ਔਖੇ ਸੌਖੇ ਵੇਲੇ ਵਾਸਤੇ ਅਗਰ ਮੈਨੂੰ ਕੋਈ ਜ਼ਰੂਰਤ ਪੈਂਦੀ ਹੈ, ਮੇਰੇ ਤੇ ਹਰਬੀ ਜ਼ਰਬੀ ਆਉਂਦੀ ਆ, ਦੁੱਖ ਸੁੱਖ ਆਉਂਦਾ ਤਾਂ ਮੇਰਾ ਸਹਾਰਾ ਹੈਗਾ। ਦੇਖੋ ਜੇ ਬੰਦੇ ਕਿਸੇ ਦੀ ਡੰਗੋਰੀ ਹੀ ਛੁੱਟ ਜਾਵੇ, ਉਹਦਾ ਆਸਰਾ ਹੀ, ਉਹ ਤੋਂ ਲਿਆਸਰਾ ਤੁਸੀਂ ਕਰਦੇ ਹੋ ਜ਼ਬਰਦਸਤੀ, ਉਸ ਨੂੰ ਬਿਨਾਂ ਪੁੱਛੇ, ਬਿਨਾਂ ਦੱਸੇ, ਬਿਨਾਂ ਸਲਾਹ ਲਏ ਉਹਦੀ ਡੰਗੋਰੀ ਖੋਲੋ, ਉਸ ਦੀ ਮਾਨਸਿਕਤਾ ਕੀ ਹੋਏਗੀ? ਔਰਤ ਉਹ ਤੋਂ ਅੜ ਭਿੱਜ ਨਹੀਂ ਰਹਿ ਸਕਦੀ। ਔਰਤ ਇੱਕ ਬਹੁਤ ਹੀ ਸੈਂਸਿਟਿਵ ਇਨਸਾਨ ਪਰਮਾਤਮਾ ਨੇ ਬਣਾਇਆ ਔਰ ਜਿਹੜਾ ਔਰਤ ਹੈ ਉਹ ਹਰ ਪਰਿਵਾਰ ਦਾ ਧੁਰਾ ਹੈ, ਉਹਦੇ ਦੁਆਲੇ ਸਾਰਾ ਪਰਿਵਾਰ ਘੁੰਮਦਾ ਹੈ। ਉਹ ਇੱਕ ਬਿਹਾਈਂਡ ਦਾ ਕਰਟਨ ਜਿਹੜੀ ਘਰ ਦੀ, ਪਰਿਵਾਰ ਦੀ, ਸਮਾਜ ਦੀ ਤਰੱਕੀ ਹੈ, ਉਹ ਔਰਤ ਤੇ ਮੁਨਸਰ ਹੈਗੀ ਹੈ। ਇਸੇ ਕਰਕੇ ਜਿਹੜੇ ਸਾਡੇ ਗੁਰੂਆਂ ਪੀਰਾਂ ਪਾਤਸ਼ਾਹ ਨੇ ਉਹਨਾਂ ਨੂੰ ਬਹੁਤ ਵੱਡਾ ਸਥਾਨ ਦਿੱਤਾ ਸੀਗਾ। ਇਸ ਕਰਕੇ ਅੱਜ ਔਰਤ ਨੇ ਇਤਿਹਾਸ ਨੂੰ ਸੱਚਾ ਸਿੱਧ ਕਰਕੇ ਉਸ ਤੋਂ ਸਬਕ ਲੈ ਕੇ ਉਸ ਮੁਕਾਮ ਤੇ ਪਹੁੰਚੇ ਨੇ ਤਾਂ ਕਿ ਉਸ ਸੰਘਰਸ਼ ਦਾ ਹਿੱਸਾ ਬਣ ਕੇ ਕਾਮਯਾਬ ਕਰ ਸਕਣ ਔਰ ਉਸ ਦੀ ਜਿੱਤ ਯਕੀਨੀ ਹੈ। ਜਿੱਥੇ ਔਰਤ ਬੈਠੀ ਹੈ ਉਹਦੀ ਸਿੰਸੈਰਿਟੀ ਹੈ, ਉਹ ਜਿੱਤ ਯਕੀਨੀ ਹੈ, ਉਹਦੇ ਵਿੱਚ ਕੋਈ ਰਾਏ ਨਹੀਂ। ਡਾਕਟਰ ਸਹੋਤਾ, ਇੱਕ ਸਵਾਲ ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਉਹ ਸਵਾਲ ਇਹ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਖੇਤੀ ਮੰਤਰੀ, ਰੇਲਵੇ ਮੰਤਰੀ, ਭਾਜਪਾ ਦੇ ਨੇਤਾ ਬਾਰ-ਬਾਰ ਇਹ ਕਹਿ ਰਹੇ ਹੈ ਕਿ ਵਿਰੋਧੀ ਧਿਰਾਂ ਝੂਠ ਬੋਲ ਰਹੀਆਂ, ਕਿਸਾਨ ਗਮਰਾਹ ਹੋ ਰਿਹਾ ਹੈ,
ਕਿਸੇ ਦੀ ਜ਼ਮੀਨ ਨਹੀਂ ਖੋਈ ਜਾਏਗੀ, ਕਿਸੇ ਦੇ ਇਸ ਤਰ੍ਹਾਂ ਦੇ ਹੱਕ ਹਕੂਕ ਨਹੀਂ ਖੋਏ ਜਾਣਗੇ। ਇਹਦੇ ਬਾਵਜੂਦ ਵੀ ਜਿਹੜਾ ਹੈਗਾ ਇਸ ਲਹਿਰ ਨਾਲ ਜੁੜੇ ਲੋਕਾਂ ਨੂੰ ਭਰੋਸਾ ਨਹੀਂ। ਕੀ ਵਜ੍ਹਾ ਹੈਗੀ ਇਸ ਗੱਲ ਦੀ? ਐਡੇ ਵੱਡੇ ਬਿਆਨ ਆਉਣ ਤੋਂ ਬਾਅਦ ਵੀ ਲੋਕਾਂ ਦਾ ਭਰੋਸਾ ਕਿਉਂ ਨਹੀਂ ਬਣ ਰਿਹਾ? ਸਿੱਧੂ ਸਾਹਿਬ, ਜਿਹੜਾ ਵਿਸ਼ਵਾਸ ਹੈ, ਟਰਸਟ ਹੈ, ਜਦੋਂ ਗਵਾਇਆ ਜਾਵੇ ਤੇ ਉਹਦਾ ਵਿਸ਼ਵਾਸ ਬਣਨ ਵਾਸਤੇ ਉਹਨੂੰ ਕੁਝ ਸਾਹਮਣੇ ਦਿਖਾਉਣਾ ਪੈਂਦਾ, ਉਸ ਨੂੰ ਬਲੈਕ ਐਂਡ ਵਾਈਟ ਵਿੱਚ ਯਕੀਨ ਦਿਵਾਉਣਾ ਪੈਂਦਾ। ਗੱਲਾਂ ਬਾਤਾਂ ਦੇ ਨਾਲ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ, ਉਹਨਾਂ ਨੂੰ ਵਿਸ਼ਵਾਸ ਨਾ ਹੋਣਾ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਮੀਡੀਆ ਜਿਹੜਾ ਇੰਪੋਰਟੈਂਟ ਪਿਲਰ ਆਫ ਡੈਮੋਕ੍ਰੇਸੀ ਹੈ, ਉਹਨਾਂ ਦਾ ਜਿਹੜਾ ਇੱਕ ਬਹੁਤ ਹੀ ਮੰਦਭਾਗਾ ਰੋਲ ਹੈ, ਜਿਹੜਾ ਬਾਇਸਡ, ਉਹ ਬੜਾ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਹੈਗਾ ਕਿ ਉਹ ਜਿਹੜਾ ਅਜੇ ਵੀ ਉਹ ਪ੍ਰੇਰ ਰਹੇ ਨੇ। ਉਹ ਕੀ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਸਮਝ ਨਹੀਂ ਹੈਗੀ, ਇਸ ਚੀਜ਼ ਦੀ ਸਮਝ ਨਹੀਂ ਕਿ ਕਿੰਨੇ ਫਾਇਦੇਮੰਦ ਨੇ। ਬਈ ਭਲਿਓ ਮਾਨਸੋ, ਤੁਸੀਂ ਕਹਿੰਦੇ ਹੋ ਤੁਸੀਂ ਉਹਦਾ ਫਾਇਦਾ ਕਰ ਰਹੇ ਹੋ, ਆਮਦਨ ਡਬਲ ਕਰ ਰਹੇ ਹੋ, ਉਹਨੂੰ ਅਮੀਰ ਕਰ ਰਹੇ ਹੋ। ਉਹ ਤੁਹਾਡੇ ਅੱਗੇ ਹੱਥ ਜੋੜਦਾ ਕਿ ਰੱਬ ਦਾ ਵਾਸਤਾ ਮੈਨੂੰ ਵਸਿਆ ਰਹਿਣ ਦਿਓ, ਮੈਨੂੰ ਰੋਟੀ ਖਾਂਦਾ ਰਹਿਣ ਦਿਓ। ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਇਹ ਕਹਿਣਾ ਕਿੱਥੋਂ ਤੱਕ ਮੰਦਭਾਗਾ। ਮੈਨੂੰ ਇਹ ਦੱਸੋ ਕਿ ਪੇਟ ਰੋਟੀ ਨਾ ਭਰਨਾ ਕਿ ਪੈਸੇ ਨਾ ਭਰਨਾ? ਰੋਟੀ ਕੌਣ ਉਗਾਉਂਦਾ ਹੈ? ਕਿਸਾਨ ਉਗਾਉਂਦਾ ਹੈ। ਸੋ ਇਸ ਕਰਕੇ ਇਹ ਜਿਹੜੇ ਬਿੱਲ ਨੇ ਸਭ ਨੂੰ ਸਮਝ ਆ ਗਿਆ ਕਿ ਇਹ ਕੇਵਲ ਐਂਟੀ ਫਾਰਮਰ ਨਹੀਂ, ਐਂਟੀ ਹਿਊਮਨ ਬੀਇੰਗ ਨੇ, ਐਂਟੀ ਮਨੁੱਖਤਾ ਦੇ ਐਂਟੀ ਨੇ, ਨਾ ਕਿ ਇਕੱਲੇ ਕਿਸਾਨ ਦੇ ਐਂਟੀ ਨੇ। ਇਸ ਕਰਕੇ ਵਿਸ਼ਵਾਸ ਇਸ ਤਰ੍ਹਾਂ ਨਹੀਂ ਹੋ ਸਕਦਾ। ਤੁਸੀਂ ਭਰੋਸਾ ਜਿਹੜੀ ਸਰਕਾਰ ਗਵਾ ਚੁੱਕੀ ਹੈ, ਜਿਹਨੇ ਦੇਖੋ ਕਿੰਨੇ ਸਟੰਟ ਰਚੇ ਨੇ ਇਸ ਨੂੰ ਫੇਲ ਕਰਨ ਦੇ ਵਾਸਤੇ। ਕਦੇ ਕੋਈ ਬੰਦੇ ਵਾੜ, ਕਦੇ ਕੁਝ ਏਜੰਸੀਆਂ ਛੱਡ, ਕਦੇ ਕੋਈ ਡਰੋਨ ਦੇ ਲੋਕ ਪਕੜ ਰਹੇ ਨੇ। ਤੇ ਲੱਗਦਾ ਤੁਹਾਨੂੰ ਇਹ ਆਪਣੀ ਸਰਕਾਰ ਹੈ, ਚੁਣੀ ਹੋਈ ਸਰਕਾਰ ਆਫ ਦਾ ਪੀਪਲ, ਬਾਈ ਦਾ ਪੀਪਲ, ਫॉर ਦਾ ਪੀਪਲ, ਜਿਨ੍ਹਾਂ ਨੇ ਸਹੁੰ ਖਾਧੀ ਹੈ ਸੰਵਿਧਾਨ 'ਚ ਕਿ ਅਸੀਂ ਵੈਲਫੇਅਰ ਸਟੇਟ ਦਿਆਂਗੇ, ਅਸੀਂ ਲੋਕਾਂ ਦੀ ਰਖਵਾਲੀ ਕਰਾਂਗੇ, ਅਸੀਂ ਲੋਕਾਂ ਨੂੰ ਉਹਨਾਂ ਨੂੰ ਉੱਚਾ ਜੀਵਨ ਪੱਧਰ ਕਰਨ ਦੇ ਵਾਸਤੇ ਹਰ ਹੀਲਾ ਵਰਤਾਂਗੇ। ਹਰ ਚੀਜ਼ ਨੇਗੇਟ ਹੋ ਰਹੀ ਹੈਗੀ ਹੈ, ਇਸ ਕਰਕੇ ਭਰੋਸਾ ਗਵਾਇਆ ਜਾ ਰਿਹਾ ਹੈ। ਥੈਂਕ ਯੂ ਡਾਕਟਰ ਸਹੋਤਾ। ਬਿੰਦੂ ਜੀ, ਜਿੱਦਾਂ ਡਾਕਟਰ ਸਹੋਤਾ ਨੇ ਕਿਹਾ, ਇੱਕ ਬਹੁਤ ਅਹਿਮ ਸਵਾਲ ਹੈ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ। ਇਹ ਉਹ ਦਿਨ ਹੈ, ਪੋਹ ਦੇ ਦਿਨ ਹੈ, ਜਦੋਂ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ। ਕੋਈ ਹੁਕੂਮਤਾਂ ਸੀਗੀਆਂ ਜਿਨ੍ਹਾਂ ਨੇ ਬਾਹਰ ਤੋਂ ਆ ਕੇ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਤੇ ਜ਼ੁਲਮ ਕੀਤਾ। ਉਸ ਜ਼ੁਲਮ ਨੂੰ ਅੱਜ ਵੀ ਚੇਤੇ ਕਰਕੇ ਉਹੀ ਠੰਡ ਦੇ ਦਿਨ ਅੱਜ ਵੀ ਜਿਹੜੇ ਕਿ ਖੂਨ ਖੋਲਦੇ ਆ ਉਸ ਜ਼ੁਲਮ ਨੂੰ ਦੇਖ ਕੇ। ਕੀ ਵਜ੍ਹਾ ਹੈਗੀ ਹੈ ਕਿ ਇਹਨਾਂ ਹੀ ਦਿਨਾਂ ਦੇ ਵਿੱਚ ਉਹੀ ਠੰਡ ਪੈ ਰਹੀ ਹੈ ਤੇ ਸਾਡੇ ਆਪਣੇ ਦੇਸ਼ ਦੀ ਹਕੂਮਤ, ਆਪਣੇ ਹੀ ਲੋਕ ਅੱਜ ਵੀ ਕਿਉਂ ਦਿੱਲੀ ਦੇ ਬਾਰਡਰ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਕਿਸਾਨ ਠੰਡ ਦੇ ਵਿੱਚ ਜ਼ੁਲਮ ਬਰਦਾਸ਼ਤ ਕਰ ਰਹੇ, ਜਿਨ੍ਹਾਂ 'ਚ ਬੱਚੇ ਵੀ ਹੈ, ਔਰਤਾਂ ਵੀ ਹੈ। ਕੀ ਲੱਗਦਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਇਹਨਾਂ ਲੋਕਾਂ ਦੀ ਸਿਦਕ ਦਿਲੀ ਦਾ ਇੱਕ ਹੋਰ ਇਮਤਿਹਾਨ ਲੈ ਰਹੀ ਹੈ? ਬਿੰਦੂ ਜੀ ਜੀ ਸਰ, ਸਾਡਾ ਜਿਹੜਾ ਵਿਰਸਾ ਸਾਡੇ ਗੁਰੂਆਂ ਦਾ ਵਿਰਸਾ ਹੈ। ਸਾਡੇ ਗੁਰੂਆਂ ਨੇ ਵੀ ਮੁਗਲਾਂ ਦੇ ਖਿਲਾਫ ਲੜਾਈ ਲੜੀ ਹੈ, ਵੱਡੀਆਂ ਲੜਾਈਆਂ ਲੜੀਆਂ ਨੇ। ਉਹਨਾਂ ਨਾਲ ਵੀ ਉੱਥੋਂ ਦੇ ਹਾਕਮਾਂ ਵੱਲੋਂ ਜ਼ਬਰ ਢਾਏ ਗਏ ਹੈ। ਇਹ ਜਿਹੜੇ ਅੱਜ ਸਾਡੇ ਤੇ ਹਾਕਮ ਰਾਜ ਕਰਦੇ ਆ, ਚਾਹੇ ਉਹ ਨਰਿੰਦਰ ਮੋਦੀ ਹੈ, ਚਾਹੇ ਉਹ ਪਿਊਸ਼ ਗੋਇਲ ਵਰਗੇ ਨੇ, ਤਿਊਮਰ ਵਰਗੇ ਨੇ ਖੇਤੀਬਾੜੀ ਮੰਤਰੀ, ਜਾਂ ਕੋਈ ਹੋਰ ਹੈ, ਇਹ ਵੀ ਉਸੇ ਸਮਾਜ ਦਾ ਹਿੱਸਾ ਨੇ ਜਿਹੜੇ ਜਾਣੀ ਕਿ ਕਿਰਤ ਕਰਨ ਵਾਲੇ ਲੋਕਾਂ ਤੋਂ ਉਹਨਾਂ ਦੇ ਹੱਕ ਖੋ ਰਹੇ ਨੇ। ਤੇ ਇਹ ਉਸੇ ਤਰ੍ਹਾਂ ਸਾਡੇ ਕਿਰਤੀ ਲੋਕਾਂ ਤੇ, ਕਮਾਊ ਲੋਕਾਂ ਤੇ ਜ਼ਬਰ ਕਰਨ ਲੱਗੇ ਹੋਏ ਨੇ। ਉਸੇ ਤਰ੍ਹਾਂ ਦੀਆਂ ਹੀ ਕੁਰਬਾਨੀਆਂ ਅੱਜ ਲੋਕ ਹੈ ਜਿਹੜੇ ਦੇ ਰਹੇ ਨੇ। ਗਰਮੀਆਂ ਦੀ ਰੁੱਤ 'ਚ ਅਸੀਂ ਤੱਤੀਆਂ ਸੜਕਾਂ ਤੇ ਬੈਠੇ ਹਾਂ, ਪੂਰੀਆਂ ਤੱਤੀਆਂ ਹਵਾਵਾਂ ਚੱਲੀਆਂ ਨੇ। ਤੇ ਹੁਣ ਜਦੋਂ ਪੋਹ ਮਾਘ ਦੀ ਪੂਰੀ ਕੜਾਕੇ ਦੀ ਠੰਡ ਹੈ, ਟਰਾਲੀਆਂ ਦੇ ਵਿੱਚ ਛੋਟੇ ਛੋਟੇ ਬੱਚੇ ਲੈ ਕੇ ਔਰਤਾਂ, ਬਜ਼ੁਰਗ ਔਰਤਾਂ, ਨੌਜਵਾਨ ਸਭ ਇੱਥੇ ਵੀ ਤਰਸ ਨਹੀਂ ਆਉਂਦਾ, ਨਾ ਹੀ ਆਉਣਾ ਚਾਹੀਦਾ, ਕਿਉਂਕਿ ਸਾਡੀ ਦਿਮਾਗੀ ਦੁਸ਼ਮਣ ਹੈ। ਉਹ ਸਾਡੇ ਤੋਂ ਸਾਰਾ ਕੁਝ ਹੋ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਜੀ। ਜਿਹੜੀਆਂ ਸਾਡਾ ਬੋਰਡ ਜਿਹੜਾ ਜਾਣੀ ਕਿ ਜਮਾਖੋਰੀ ਹੈ ਕੀਤੀ ਜਾਣੀ ਹੈ, ਉਹਦਾ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਤੇ ਅਡਾਨੀਆਂ, ਅਬਾਨੀਆਂ ਨੇ ਤੇ ਸਾਮਰਾਜੀ ਕੰਪਨੀਆਂ ਨੇ ਆ ਕੇ ਕਬਜ਼ਾ ਕਰਨਾ। ਉਹਦੇ ਨਾਲੋਂ ਆਹ ਠੰਡ ਕੁਛ ਨਹੀਂ ਕਰ ਸਕਦੀ ਸਾਡਾ। ਜੇ ਸਾਡੀ ਮਾਤਾ ਗੁਜਰੀ ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਠੰਡੇ ਬੁਰਜ 'ਚ ਬੈਠ ਸਕਦੀ ਹੈ,
ਤਾਂ ਅਸੀਂ ਆਪਣੇ ਪਰਿਵਾਰਾਂ ਸਮੇਤ ਇਸ ਠੰਡ ਦਾ ਵੀ ਮੁਕਾਬਲਾ ਕਰ ਸਕਦੇ ਹਾਂ ਤੇ ਮੋਦੀ ਹਕੂਮਤ ਦਾ ਵੀ ਮੁਕਾਬਲਾ ਕਰਨ ਲਈ ਤਿਆਰ ਹਾਂ। ਅਸੀਂ ਇਹ ਤਿੰਨੇ ਬਿੱਲ, ਬਿਜਲੀ ਐਕਟ 2020 ਤੇ ਪਰਾਲੀ ਵਾਲਾ ਐਕਟ ਆ ਜਿਹੜਾ, ਇਹ ਰੱਦ ਕਰਾ ਕੇ ਜਾਵਾਂਗੇ। ਉਦੋਂ ਬਿਨਾਂ ਵਾਪਸ ਨਹੀਂ ਮੁੜਾਂਗੇ। ਇੱਥੇ ਕਿਸਾਨ ਸ਼ਹੀਦੀਆਂ ਪਾ ਰਹੇ ਨੇ, ਕਿਸਾਨ ਬਿਮਾਰ ਹੋ ਰਹੇ ਨੇ, ਔਰਤਾਂ ਬਿਮਾਰ ਹੋ ਰਹੀਆਂ ਨੇ, ਬੱਚੇ ਬਿਮਾਰ ਹੋ ਰਹੇ ਨੇ। ਸਾਡੇ ਕੋਲੇ ਬਹੁਤ ਨਗੂਣੇ ਪ੍ਰਬੰਧ ਹੈ। ਅਸੀਂ ਬਹੁਤ ਪਤਲੇ ਤੰਬੂਆਂ ਦੇ ਵਿੱਚ ਪਰਾਲੀ ਵਿਛਾ ਕੇ ਉੱਤੇ ਕੰਬਲ ਲੈ ਕੇ ਪੈ ਰਹੇ ਹਾਂ। ਜੀ ਬਿੰਦੂ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਤੁਹਾਡੀ ਭਾਵਨਾ, ਤੁਹਾਡੇ ਜਜ਼ਬਾਤ ਜਿਹੜੇ ਦੁਨੀਆ ਭਰ 'ਚ ਬੈਠੇ ਲੋਕ ਤੁਹਾਨੂੰ ਸੁਣ ਰਹੇ ਆ, ਜ਼ਰੂਰ ਸਮਝਣਗੇ। ਬਲਵੀਰ ਜੀ, ਜਿਸ ਮੁੱਦੇ ਦੇ ਉੱਤੇ ਮੈਂ ਸਵਾਲ ਲੈ ਰਿਹਾ, ਜਿਸ ਤਰ੍ਹਾਂ ਕੜਾਕੇ ਦੀ ਠੰਡ, ਜਿੱਦਾਂ ਦਾ ਮੌਸਮ, ਸਾਡੀਆਂ ਆਪਣੀਆਂ ਸਰਕਾਰਾਂ ਕਿਉਂ ਸਿਦਕ ਦਿਲੀ ਦਾ ਇਮਤਿਹਾਨ ਲਿਆ ਜਾ ਰਿਹਾ ਹੈ ਇਹੋ ਜਿਹੇ ਮੌਸਮ ਦੇ ਵਿੱਚ, ਇਹੋ ਜਿਹੇ ਕਹਿਰ ਦੇ ਵਿੱਚ? ਬਿਲਕੁਲ ਸਰ, ਕਿਉਂਕਿ ਜੇ ਸਰਕਾਰ ਲੋਕਾਂ ਨੇ ਬਣਾਈ ਹੈ ਤਾਂ ਲੋਕਾਂ ਲਈ ਹੁੰਦੀ ਹੈ, ਪਰ ਅੱਜ ਸਾਡੇ ਬਿਲਕੁਲ ਹੀ ਉਲਟ ਹੋ ਰਿਹਾ ਹੈ। ਕਿਉਂਕਿ ਅੱਜ ਜਿਹੜੀ ਸਰਕਾਰ ਆ ਉਹ ਕਾਰਪੋਰੇਟ ਘਰਾਣਿਆਂ ਦੀ ਹੱਥ ਦੀ ਪੁਤਲੀ ਬਣ ਚੁੱਕੀ ਹੈ। ਕਿਉਂਕਿ ਤੈਮੂਰ ਜਿਹੜਾ ਮੰਤਰੀ ਆ, ਉਹਨਾਂ ਦਾ ਬਿਆਨ ਇਹ ਆਇਆਗਾ ਵੀ ਜੇ ਅਸੀਂ ਕਿਸਾਨਾਂ ਦੀ ਸੁਣਦੇ ਆ ਜਾਂ ਕਿਸਾਨਾਂ ਨੂੰ ਖੁਸ਼ ਕਰਦੇ ਆ ਤਾਂ ਨਾਨੀ ਮਾਨੀ ਨਾਰਾਜ਼ ਹੁੰਦੇ ਨੇ। ਸਰ ਇਹ ਗੱਲਾਂ ਦੋ ਇਹ ਆ ਗਈਆਂ ਵੀ ਇਹਨਾਂ ਨੂੰ ਇਹਦੇ ਕਾਰਪੋਰੇਟ ਘਰਾਣੇ ਚੰਗੇ ਲੱਗਦੇ ਆ, ਨਾ ਕਿ ਕਿਸਾਨ ਜਾਂ ਆਮ ਜਨਤਾ ਜਿਹੜੀ ਸੜਕਾਂ ਤੇ ਰੋ ਰਹੀ ਹੈ। ਅੱਜ 20 ਦਿਨ ਹੋ ਗਏ ਸਾਨੂੰ ਸੜਕਾਂ ਦੇ ਉੱਤੇ ਬੈਠਿਆਂ ਨੂੰ ਸਰ, ਦਿੱਲੀ ਦੇ ਵਿੱਚ, ਤੇ ਲੋਕਾਂ ਨੂੰ ਤਿਲ ਮਰਦਿਆਂ ਨੂੰ। ਸਾਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਲਗਭਗ 20-25 ਜਿਹੜੀਆਂ ਲਾਸ਼ਾਂ, ਜਿਹੜੀ ਕਿ ਆਪਾਂ ਕਹਿੰਦੇ ਸ਼ਹੀਦ ਸਾਡੇ ਹੋ ਗਏ ਨੇ, ਆ ਚੁੱਕੀਆਂ ਨੇ। ਇੱਥੋਂ ਬੰਦੇ ਗਏ ਨੇ, ਲਾਸ਼ਾਂ ਬਣ ਕੇ ਆਏ ਨੇ। ਸਰ ਉਹ ਸਾਨੂੰ ਮੁਆਵਜ਼ੇ ਨਹੀਂ ਚਾਹੀਦੇ, ਸਾਨੂੰ ਚਾਹੀਦੀ ਹੈ, ਸਾਡੇ ਹੱਕ ਚਾਹੀਦੇ ਨੇ ਵੀ ਜਿਹੜੇ ਸਾਡੇ ਕਾਨੂੰਨ ਤੁਸੀਂ ਸਾਡੇ ਖਿਲਾਫ ਬਣਾ ਰਹੇ ਉਹਨਾਂ ਨੂੰ ਰੱਦ ਕਰੋ। ਜਿਹਨੂੰ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ, ਤੁਸੀਂ ਕਹਿੰਦੇ ਵੀ ਕਿਸਾਨ ਦਾ ਭਲਾ ਕਰਦੇ ਆ, ਜੇ ਕਿਸਾਨ ਨੂੰ ਦਾ ਭਲਾ ਇਹ ਕਾਨੂੰਨਾਂ ਰਾਹੀਂ ਨਹੀਂ ਚਾਹੀਦਾ, ਕਿਉਂ ਥੋਪ ਰਹੇ ਹੋ ਉਹਦੇ ਤੇ? ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਸਾਡੇ ਤੇ ਕਿਉਂ ਮੜੀ ਜਾ ਰਹੀ ਹੈ? ਇਹ ਸਾਡੀ ਜਿਹੜੀ ਸਰਕਾਰ, ਸਾਡੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਜੀ, ਜਿੱਦਾਂ ਬਿੰਦੂ ਜੀ ਦੇ ਕਮੈਂਟਸ ਆਏ ਹੈ, ਬਲਵੀਰ ਜੀ ਤੁਹਾਡੇ ਵੀ ਕਮੈਂਟਸ ਇਸੇ ਤਰੀਕੇ ਨਾਲ, ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਡਾਕਟਰ ਸੋਹਤਾ, ਲਾਸਟ ਕਮੈਂਟ ਇਸ ਮੁੱਦੇ ਤੇ। ਆਪਣੀ ਸਰਕਾਰ, ਆਪਣੇ ਲੋਕ ਇਹੋ ਜਿਹੀ ਠੰਡ ਦਾ ਕਹਿਰ, ਜਿੱਦਾਂ ਬਲਵੀਰ ਜੀ ਨੇ ਕਿਹਾ ਕਿ ਇੱਥੋਂ ਬੰਦੇ ਜਾਂਦੇ ਹੈ ਤੇ ਲਾਸ਼ ਵਾਪਸ ਆਉਂਦੀ ਹੈ। 20 ਦਿਨ ਦਿੱਲੀ ਬਾਰਡਰ ਦੇ, ਤੇ ਹਰ ਰੋਜ਼ ਇੱਕ ਬੰਦਾ ਇੱਕ ਲਾਸ਼ ਦੇ ਰੂਪ ਚ ਪੰਜਾਬ ਨੂੰ ਵਾਪਸ ਆ ਰਿਹਾ ਹੈ। ਕਿਹੋ ਜਿਹਾ ਕਹਿਰ ਹੈ? ਆਖਰੀ ਕਮੈਂਟ ਡਾਕਟਰ ਸੋਹਤਾ ਤੁਹਾਡਾ। ਜੀ ਦੇਖੋ ਸਿੱਧੂ ਸਾਹਿਬ, ਇਹ ਜਿਹੜਾ ਇਹ ਲਾਰਜੈਸਟ ਪ੍ਰੋਟੈਸਟ ਇਨ ਹਿਊਮਨ ਹਿਸਟਰੀ ਹੈਗਾ, ਇਹ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ, ਇਹਦੇ ਵਾਸਤੇ ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜੀ ਸੰਗਤ ਹੈਗੀ ਹੈ, ਉਸ ਨੂੰ ਅਸੀਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਕਜੁੱਟਤਾ ਰੱਖੋ, ਇੱਕ ਸੁਰਤਾ ਰੱਖੋ। ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਵਿੱਚ ਭਰੋਸਾ ਰੱਖੋ, ਉਹਨਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਜਿਹੜੇ ਅੱਗੇ ਲੱਗੇ ਹੋਏ ਨੇ ਸਾਡੇ ਵਿੱਚ, ਇਹਨਾਂ ਨੂੰ ਟਰਸਟ ਹੈਗਾ। ਸੋ ਆਪਾਂ ਜਿਹੜਾ ਸਰਕਾਰ ਦਾ ਹੰਕਾਰ ਹੈਗਾ ਉਸ ਨੂੰ ਘਟਾਉਣ ਦੇ ਵਾਸਤੇ, ਕਿਉਂਕਿ ਜਿਹੜਾ ਹੰਕਾਰ ਹੈ ਉਹ ਦੂਸਰੇ ਨੂੰ ਝੁਕਾਉਣਾ ਚਾਹੁੰਦਾ ਹੈ, ਜਿਹੜਾ ਸੰਸਕਾਰ ਹੈ ਉਹ ਖੁਦ ਝੁਕ ਕੇ ਖੁਸ਼ ਹੁੰਦਾ ਹੈਗਾ। ਸੋ ਇਹ ਸਥਿਤੀ ਜਿਹੜੀ ਹੈਗੀ ਹੈ, ਇਹ ਅੱਜ ਸਰਕਾਰ ਦੀ ਬਣੀ ਹੋਈ ਹੈ। ਉਹਦੇ ਵਾਸਤੇ ਜਿੱਤ ਬਿਲਕੁਲ ਯਕੀਨੀ ਹੋਏਗੀ ਜੇ ਆਪਾਂ ਸਾਰਿਆਂ ਨੂੰ ਜਾਣੀਏ ਕਿ 9 ਮਹੀਨੇ ਦਾ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ, ਜਿਹਦੀ ਅਗਵਾਈ ਸਰਦਾਰ ਅਜੀਤ ਸਿੰਘ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਨੇ ਕੀਤੀ ਸੀ, ਉਹਦੇ ਅੱਗੇ ਬ੍ਰਿਟਿਸ਼ ਸਰਕਾਰ ਝੁਕੀ ਸੀਗੀ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਮਜਬੂਰ ਕਰਤਾ ਸੀਗਾ ਕਿ ਜਿਹੜੇ ਕਿਸਾਨ ਵਿਰੋਧੀ ਅੰਦੋਲਨ ਹੈ, ਇਹ ਤੁਸੀਂ ਇਸ ਦੀ ਗੱਲ ਤੁਹਾਨੂੰ ਮੰਨਣੀ ਪਏਗੀ। ਸੋ ਅੱਜ ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ, ਅਰਦਾਸ ਹੈ ਕਿ ਜਿਹੜੇ ਉਸ ਸੰਘਰਸ਼ ਦਾ ਹਿੱਸਾ ਨੇ ਉਹ ਇਕਜੁੱਟਤਾ ਰੱਖੋ, ਇੱਕ ਸੁਰਤਾ ਰੱਖੋ। ਥੈਂਕ ਯੂ ਡਾਕਟਰ ਸੋਹਤਾ। ਸਿਲਵਰ ਲਾਈਨ, ਇੱਕ ਸੈਕਿੰਡ, देयर इज ऑलवेज ए सिल्वर लाइनिंग इन एवरी क्लाउड। देखो किस तरह सारे भरा इकट्ठे हुए ने, चाहे वो पंजाब है, चाहे हरियाणा है, चाहे वो यूपी है, जिन्होंने इन्हों ने राजनेताओं ने ਵੱਖ-ਵੱਖ ਕੀਤਾ ਸੀ ਧਰਮ ਜਾਤ ਦੇ ਆਧਾਰ ਤੇ, ਅੱਜ ਇਕੱਠੇ ਹੋ ਗਏ। तो एक बहुत बड़ी जित है मनुखता दी। थैंक यू वेरी मच। ਮਿਹਰਬਾਨੀ ਡਾਕਟਰ ਸੋਹਤਾ, ਬਲਵੀਰ ਜੀ, ਬਿੰਦੂ ਜੀ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਬੈਚ ਚੋਂ ਸਾਡੇ ਮਹਿਮਾਨਾਂ ਨੇ ਜਿਹੜਾ ਇੱਕ ਸੁਨੇਹਾ ਦਿੱਤਾ ਹੈ, ਜਿਸ ਤਰੀਕੇ ਨਾਲ ਕਿਸਾਨੀ ਕੌਮਾਂਤਰੀ ਪੱਧਰ ਤੇ ਇੱਕ ਲਹਿਰ ਬਣੀ ਹੈ, ਔਰਤਾਂ ਦੇ ਯੋਗਦਾਨ ਨੂੰ ਸਾਡੇ ਚੈਨਲ ਦਾ, ਸਾਡੀ ਟੀਮ ਦਾ ਵੀ ਸਲਾਮ ਹੈ। ਜਿੱਦਾਂ ਡਾਕਟਰ ਸੋਹਤਾ ਨੇ ਕਿਹਾ, ਉਹਨਾਂ ਨੇ ਇਸ ਡਿਬੇਟ ਦੇ ਆਖਰੀ ਕਮੈਂਟ ਕਿ ਅਸੀਂ ਜਿੱਤ ਕੇ ਮੁੜਾਂਗੇ। ਇਹ ਭਰੋਸਾ ਇਸ ਲਹਿਰ ਦੇ ਸਾਡਾ ਸਭਨਾਂ ਦਾ ਹੈ ਕਿ ਇੱਕ ਦਿਨ ਇਸ ਲਹਿਰ ਦੀ ਜਿੱਤ ਹੋਏਗੀ।
ਇਸ ਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।